ਸਨਮਾਨਯੋਗ ਗੁਰੂ ਸਾਰਿਓ, ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਸਿੱਖ ਮਿਸ਼ਨਰੀ ਕਾਲਜ ਵਿੱਚੋਂ ਚੱਲ ਰਹੀ ਇਸ ਗੁਰਮਤਿ ਕਲਾਸ ਵਿੱਚ ਜੀ ਆਇਆਂ। ਸਾਹਿਬ ਜਗਤ ਤਾਰਕ ਸਤਿਗੁਰੂ ਜਗ ਜਲੰਧਰ ਨੂੰ ਉਤਾਰਨ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਸ ਦਾ ਪਾਵਨ ਆਗਮਨ ਸਿੱਖ ਜਗਤ ਮਨਾ ਰਿਹਾ ਹੈ। ਹਾਲਾਂਕਿ ਸਤਿਗੁਰੂ ਜੀ ਦੇ ਆਗਮਨ ਦੀਆਂ ਤਰੀਕਾਂ ਸਰ ਕਰਮ ਸਿੰਘ ਜੀ ਹਿਸਟੋਰੀਅਨ, ਪ੍ਰੋਫੈਸਰ ਸਾਹਿਬ ਸਿੰਘ ਜੀ, ਭਾਈ ਕਾਹਨ ਸਿੰਘ ਜੀ ਨਾਭਾ, ਸਾਰੇ ਵਿਦਵਾਨਾਂ ਨੇ ਲਗਭਗ ਇਸ ਤੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਉਹਨਾਂ ਦੇ ਆਗਮਨ ਦੀ ਤਰੀਕ 15 ਅਪ੍ਰੈਲ ਬਣਦੀ ਹੈ। ਪਰ ਪੰਥ ਦੇ ਬਣੇ ਹੋਏ ਨਿਯਮਾਂ ਮੁਤਾਬਕ ਇਹ ਦਿਹਾੜਾ ਹਰ ਸਾਲ ਤਕਰੀਬਨ ਨਵੰਬਰ ਦੇ ਵਿੱਚ ਹੀ ਮਨਾਇਆ ਜਾਂਦਾ ਹੈ। ਦਿਹਾੜਾ ਹਾਲਾਂਕਿ ਇਸ ਗੱਲ ਨਾਲ ਵੀ ਸਾਡੀ ਸਹਿਮਤੀ ਹੈ ਕਿ ਸਾਹਿਬਾਂ ਦੇ ਪਾਵਨ ਆਗਮਨ ਪੁਰਬ ਦੀਆਂ ਜਾਂ ਹੋਰ ਦਿਹਾੜੇ ਜਿਹੜੇ ਨਿਸ਼ਚਿਤ ਹੋ ਜਾਣੇ ਚਾਹੀਦੇ ਹਨ, ਕਿਉਂਕਿ ਆਉਣ ਵਾਲੀ ਜਨਰੇਸ਼ਨ ਜਿਹੜੀਆਂ ਨੇ ਉਹ ਜ਼ਰੂਰ ਸਾਡੇ ਤੇ ਸਵਾਲ ਕਰਨਗੀਆਂ। ਜਿਵੇਂ ਅੱਜ ਸਵੇਰੇ ਹੀ ਮੈਂ ਗੱਲ ਕਰ ਰਿਹਾ ਸੀ ਛੋਟੇ ਬੱਚੇ ਆਪਣੇ ਗ੍ਰੈਂਡਸਨਸ ਦੇ ਨਾਲ, ਉਹਨਾਂ ਨੇ ਮੈਨੂੰ ਇੱਕੋ ਸਵਾਲ ਪੁੱਛਿਆ, ਦਾਦਾ ਜੀ ਗੁਰੂ ਨਾਨਕ ਸਾਹਿਬ ਦੀ ਬਰਥਡੇ ਤਾਂ 15 ਅਪ੍ਰੈਲ ਨੂੰ ਹੈ, ਅੱਜ ਕਾਹਦੀ ਵਧਾਈ ਦੇ ਰਹੇ ਹੋ? ਮੇਰੇ ਕੋਲ ਉਹਦਾ ਕੋਈ ਜਵਾਬ ਨਹੀਂ ਸੀ। ਮੈਂ ਬੇਨਤੀ ਕਰਾਂਗਾ ਗੁਰੂ ਪੰਥ ਨੂੰ ਇਹਦੇ ਬਾਰੇ ਨਿਸ਼ਚਿਤ ਤਰੀਕਾਂ ਜਿਹੜੀਆਂ ਹਨ ਉਹ ਕੀਤੀਆਂ ਜਾਣ, ਜੋ ਅਜੇ ਤੱਕ ਸੰਭਵ ਹੋ ਨਹੀਂ ਸਕਿਆ ਔਰ ਸਾਨੂੰ ਇਹ ਕੰਮ ਜ਼ਰੂਰੀ ਵੀ ਹੈ। ਇਸ ਸੰਬੰਧ ਵਿੱਚ ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਵੀ ਦਿੰਦਾ ਹਾਂ, ਵਧਾਈ ਵੀ ਦਿੰਦਾ ਹਾਂ। ਪਰ ਸਤਿਗੁਰੂ ਅੱਗੇ ਅਰਦਾਸ ਹੈ, ਸੱਚੇ ਪਾਤਸ਼ਾਹ ਜੀਓ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਆਪ ਕਿਰਪਾ ਰੱਖਣੀ, ਆਪਣੀ ਦ੍ਰਿਸ਼ਟੀ ਰੱਖਣੀ, ਕੌਮ ਦੀ ਸੇਵਾ ਕਰਨ ਦਾ ਬਲ ਤੋਂ ਚਾਉ ਬਖਸ਼ੀ ਰੱਖਣਾ, ਤਦ ਕਿ ਅਸੀਂ ਆਪਣੀ ਜੀਵਨ ਦੇ ਆਖਰੀ ਸਵਾਸ ਵੀ ਇਸ ਪੰਥ ਦੀ ਸੇਵਾ ਚਲਾ ਸਕੀਏ। ਤੇ ਸਤਿਗੁਰੂ ਅੱਗੇ ਬੇਨਤੀ ਤਰਲਾ ਹੈ। ਇਸ ਲੜੀ ਵਿੱਚ ਅੱਜ ਅਸੀਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਬਾਰੇ ਕੁਝ ਵਿਚਾਰਾਂ ਕਰਾਂਗੇ। ਇਹ ਵਿਚਾਰਾਂ ਦੀ ਸਾਂਝ ਸਤਿਕਾਰਯੋਗ ਵੀਰ ਜੀ ਪ੍ਰਭ ਕੀਰਤਨ ਸਿੰਘ ਜੀ ਸਾਡੇ ਨਾਲ ਕਰ ਰਹੇ ਹਨ। ਤਾਂ ਮੈਂ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ, ਗੁਰਬਾਣੀ, ਘਟਨਾਵਾਂ ਕੀ ਸੇਧ ਦਿੰਦੀਆਂ ਹਨ, ਉਹ ਸਾਡੇ ਨਾਲ ਵਿਚਾਰ ਸਾਂਝੇ ਕਰਨ। ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚੀ ਕੌਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਜੋ ਸਿੱਖ ਧਰਮ ਦੇ ਬਾਨੀ ਸਨ, ਸਾਡੇ ਪਹਿਲੇ ਆਦਿ ਗੁਰੂ ਸਨ, ਉਹਨਾਂ ਦਾ ਜਨਮ ਦਿਹਾੜਾ ਅੱਜ ਮਨਾਇਆ ਜਾ ਰਿਹਾ ਹੈ। ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ ਔਰ ਇਹ ਦਿਹਾੜਾ ਤਕਰੀਬਨ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ। ਤੋ ਸਾਡੇ ਲਈ ਵੀ ਇਹ ਜ਼ਰੂਰੀ ਹੈ ਕਿ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ ਤੇ ਉਹਨਾਂ ਦੇ ਕੀਤੇ ਕੰਮਾਂ ਤੋਂ ਅਸੀਂ ਪ੍ਰੇਰਨਾ ਲਈਏ, ਸਿੱਖਿਆ ਲਈਏ ਤੇ ਆਪਣਾ ਜੀਵਨ ਉਹਨਾਂ ਦੀ ਸਿੱਖਿਆ ਮੁਤਾਬਕ ਢਾਲੀਏ। ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਬਾਰੇ ਬੋਲਣਾ ਇੱਕ ਮੇਰੇ ਵਰਗੇ ਨਾਚੀਜ਼ ਬੰਦੇ ਦੇ ਵਾਸਤੇ ਤਾਂ ਇਉਂ ਹੈ ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ਜਾਤ ਦੀ ਕੋਟ ਚੱਲੀ ਤੇ ਸ਼ਕੀਰੀਆਂ ਨੂੰ ਜਪੇ। ਮੈਨੂੰ ਯਾਦ ਆ ਰਿਹਾ ਹੈ ਭਾਈ ਵੀਰ ਸਿੰਘ ਜੀ ਦਾ ਇੱਕ ਰਚਨਾ ਹੈ ਬਾਬਾ ਨੌਧ ਸਿੰਘ। ਉਹਦੇ ਵਿੱਚ ਇੱਕ ਛੋਟੀ ਜਿਹੀ ਘਟਨਾ ਹੈ ਕਿ ਜਿਸ ਪਿੰਡ ਦੀ ਇਹ ਗਾਥਾ ਹੈ, ਉਸ ਪਿੰਡ ਦੇ ਵਿੱਚ ਸਾਹਿਬਾਂ ਦਾ ਇਸੇ ਤਰ੍ਹਾਂ ਹੀ ਗੁਰਪੁਰਬ ਮਨਾਇਆ ਜਾ ਰਿਹਾ ਸੀ ਤੇ ਬਾਬਾ ਨੌਧ ਸਿੰਘ, ਚੁੱਕੇ ਸਾਰੇ ਉਸ ਦੇ ਵੱਲ ਦੇਖਦੇ ਸਨ ਕਿ ਉਹ ਗੁਰਸਿੱਖੀ ਜੀਵਨ ਵਾਲਾ ਸੀ,
ਦੂਜਿਆਂ ਨੂੰ ਗਾਈਡ ਕਰਨ ਵਾਲਾ ਸੀ। ਬਾਬਾ ਜੀ ਨੂੰ ਇਹ ਰਿਕੁਐਸਟ ਕੀਤੀ ਗਈ ਕਿ ਬਾਬਾ ਜੀ ਗੁਰੂ ਜੀ ਦੇ ਬਾਰੇ ਤੁਸੀਂ ਸਾਨੂੰ ਕੁਝ ਦੱਸੋ। ਤੇ ਬਾਬਾ ਜੀ ਉੱਠ ਕੇ ਖੜੇ ਹੋ ਗਏ। ਬਾਬਾ ਨੌਧ ਸਿੰਘ ਨੇ ਕਿਹਾ ਕਿ ਅਸੀਂ ਜਾਨਵਰ ਸਾਂ, ਗੁਰੂ ਨਾਨਕ ਇਸ ਜਗਤ ਵਿੱਚ ਆਏ, ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ, ਜਾਨਵਰਾਂ ਤੋਂ ਮਨੁੱਖ ਬਣਾਇਆ, ਫਿਰ ਹੋਰ ਬਖਸ਼ਿਸ਼ ਕੀਤੀ ਤੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ। ਇੰਨੀ ਗੱਲ ਕਹਿ ਕੇ ਉਹ ਬੈਠ ਗਏ ਤਾਂ ਸਾਰਿਆਂ ਨੇ ਉਹਨਾਂ ਨੂੰ ਕਿਹਾ ਕਿ ਬਾਬਾ ਜੀ ਬਸ। ਉਹ ਕਹਿੰਦੇ ਭਾਈ ਮੈਨੂੰ ਤੇ ਗੁਰੂ ਨਾਨਕ ਦੇ ਜੀਵਨ ਦੀ ਬਸ ਇੰਨੀ ਸਮਝ ਆਈ, ਔਰ ਸੱਚ ਦਰਅਸਲ ਇਹੀ ਹੈ ਕਿ ਸਾਡੇ ਵਿੱਚ ਸਮਰੱਥਾ ਨਹੀਂ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਗੁਣ ਵੀ ਗਾ ਸਕੀਏ। ਉਹਨਾਂ ਦੇ ਵਾਸਤੇ ਅਸੀਂ ਬਸ ਇਸ ਤਰ੍ਹਾਂ ਹੀ ਸੰਖੇਪ ਦੇ ਵਿੱਚ ਹੀ ਆਪਣੇ ਜੋ ਅਸੀਂ ਕਹਿ ਲਈਏ ਕਿ ਆਪਣੇ ਅਕੀਦਤ ਦੇ ਫੁੱਲ ਜਿਹੜੇ ਹਨ ਉਹਨਾਂ ਦੇ ਅੱਗੇ ਰੱਖ ਸਕਦੇ ਹਾਂ। ਪਰ ਚੂੰਕਿ ਡਿਊਟੀ ਲੱਗੀ ਹੈ ਤਾਂ ਇਸ ਕਰਕੇ ਇਸ ਨੂੰ ਜਿੰਨੀ ਕੁ ਮੱਤ ਸਤਿਗੁਰੂ ਨੇ ਦਿੱਤੀ ਹੈ, ਦਾਸ ਉਹਦੇ ਮੁਤਾਬਕ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰਨ ਦਾ ਯਤਨ ਕਰੇਗਾ। ਬਹੁਤ ਸਾਰੀਆਂ ਭੁੱਲਾਂ ਹੋਣਗੀਆਂ, ਆਪ ਜੀ ਖਿਮਾ ਕਰ ਲੈਣ। ਡਾਕਟਰ ਹਰੀ ਰਾਮ ਗੁਪਤਾ ਜੋ ਅੱਜ ਤੋਂ ਕੁਝ ਸਮਾਂ ਪਹਿਲੇ, ਇੱਕ ਦੋ ਦੌਰ ਪਹਿਲੇ ਜਾਂ ਕਹਿ ਲਈਏ 50 ਸਾਲ ਪਹਿਲੇ ਦੇ ਇੱਕ ਬਹੁਤ ਵੱਡੇ ਪੰਜਾਬ ਦੇ ਹਿਸਟੋਰੀਅਨ ਹੋਏ ਹਨ। ਉਹਨਾਂ ਨੇ ਹਿਸਟਰੀ ਆਫ ਪੰਜਾਬ ਲਿਖੀ ਹੈ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਇੱਕ ਬੜੀ ਐਸੀ ਗੱਲ ਲਿਖੀ ਹੈ ਜਿਹੜੀ ਸਾਨੂੰ ਸਾਡੀ ਸਮਝ ਨੂੰ ਚਕਿਤ ਕਰ ਦਿੰਦੀ ਹੈ। ਉਹ ਲਿਖਦੇ ਹਨ ਕਿ ਪੰਜਾਬ ਦੇ ਵਿੱਚ ਆਖਰੀ ਹਿੰਦੂ ਰਾਜਾ, ਰਾਜਪੂਤ ਰਾਜਾ ਅਨੰਗਪਾਲ ਹੋਇਆ ਹੈ, ਜੋ ਸਨ 1025 ਦੇ ਵਿੱਚ ਜੰਗ ਯੁੱਧ ਵਿੱਚ ਮਾਰਿਆ ਗਿਆ। ਤੇ ਉਸ ਤੋਂ ਬਾਅਦ ਇੱਥੇ ਅਫਗਾਨਿਸਤਾਨ ਤੇ ਫਾਰਸ ਤੋਂ ਆਉਣ ਵਾਲੇ ਧਾੜਵੀਆਂ ਦਾ, ਮੁਸਲਮਾਨਾਂ ਦਾ ਰਾਜ ਇੱਥੇ ਸਥਾਪਿਤ ਹੋ ਗਿਆ। ਤੇ ਉਹ ਇਹ ਲਿਖਦਾ ਹੈ ਕਿ ਸਨ 1025 ਤੋਂ ਬਾਅਦ ਜਦੋਂ ਪੰਜਾਬ ਦਾ ਇਤਿਹਾਸ ਪੜ੍ਹੀਏ ਅਸੀਂ ਤਾਂ ਰਾਜਾ ਅਨੰਗਪਾਲ ਤੋਂ ਬਾਅਦ ਦੂਜਾ ਹਿੰਦੂ ਨਾਮ ਪੰਜਾਬ ਦੇ ਇਤਿਹਾਸ ਵਿੱਚ ਕਿਸੇ ਵੀ ਕਪੈਸਿਟੀ ਦੇ ਵਿੱਚ ਅਗਰ ਕੋਈ ਆਉਂਦਾ ਹੈ ਤਾਂ ਉਹ ਸਤਿਗੁਰੂ ਨਾਨਕ ਦੇਵ ਜੀ ਦਾ। ਹੁਣ 1025 ਤੋਂ ਲੈ ਕੇ 1469 ਦੇ ਵਿੱਚ ਸਾਹਿਬਾਂ ਦਾ ਜਨਮ ਹੁੰਦਾ ਹੈ। ਤਾਂ ਤਕਰੀਬਨ 450 ਸਾਲ ਦਾ ਸਮਾਂ ਐਸਾ ਸੀ। ਉਸਦੇ ਇਸ ਕਥਨ ਤੋਂ ਸਾਨੂੰ ਸਮਝ ਲੱਗ ਸਕਦੀ ਹੈ ਕਿ ਪੰਜਾਬ ਦੇ ਵਿੱਚ ਉਸ ਵੇਲੇ ਕਿਹੋ ਜਿਹੇ ਹਾਲਾਤ ਸਨ। ਤੋ ਕੰਪਲੀਟ ਡੋਮੀਨੇਸ਼ਨ ਇਸਲਾਮਿਕ ਥਾਟ ਦੀ ਉਸ ਵੇਲੇ ਸੀ। ਇਸ ਹਾਲਾਤ ਦੇ ਵਿੱਚ ਸਾਹਿਬਾਂ ਦਾ ਜਨਮ ਲੈਣਾ ਇੱਕ ਰਾਜਸੀ ਪੁਰਸ਼ ਨਾ ਹੋਣ ਦੇ ਬਾਵਜੂਦ, ਕਿਉਂਕਿ ਇਤਿਹਾਸ ਦੇ ਵਿੱਚ ਆਮ ਤੌਰ ਦੇ ਉੱਤੇ ਰਾਜਸੀ ਪੁਰਖਾਂ ਦੇ ਨਾਮ ਆਉਂਦੇ ਹਨ, ਤੋ ਰਾਜਸੀ ਪੁਰਖ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇੱਕ ਐਸੇ ਧਰਮ ਨੂੰ, ਇੱਕ ਐਸੀ ਪਰੰਪਰਾ ਨੂੰ, ਜਾਂ ਅਸੀਂ ਕਹਿ ਲਈਏ ਕਿ ਇੱਕ ਐਸੇ ਇਨਕਲਾਬ ਨੂੰ ਜਨਮ ਦਿੱਤਾ ਕਿ 450 ਸਾਲ ਬਾਅਦ ਪੰਜਾਬ ਦੀ ਨੁਹਾਰ ਇੱਕ ਵਾਰੀ ਫਿਰ ਬਦਲਣੀ ਸ਼ੁਰੂ ਹੋ ਗਈ। ਆਪ ਜੀ ਦਾ ਜਨਮ 15 ਅਪ੍ਰੈਲ 1469 ਵਿੱਚ ਮਹਿਤਾ ਕਲਿਆਣ ਦਾਸ ਜੀ, ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਰਾਏ ਭੋਏ ਦੀ ਤਲਵੰਡੀ, ਜਿਹਨੂੰ ਆਪਾਂ ਅੱਜ ਨਨਕਾਣਾ ਸਾਹਿਬ ਕਹਿ ਕੇ ਯਾਦ ਕਰਦੇ ਹਾਂ, ਜਿੱਥੇ ਬਹੁਤ ਵੱਡੇ ਪੱਧਰ ਤੇ ਅੱਜ ਵੀ ਗੁਰਪੁਰਬ ਹੋ ਰਿਹਾ ਹੈ, ਗੁਰਪੁਰਬ ਮਨਾਇਆ ਜਾ ਰਿਹਾ ਹੈ, ਉੱਥੇ ਹੋਇਆ। ਆਪ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਆਪ ਤੋਂ 5 ਸਾਲ ਵੱਡੇ ਸਨ। ਆਪ ਜੀ ਦਾ ਆਨੰਦ ਕਾਰਜ ਵਿਆਹ ਮਾਤਾ ਸੁਲੱਖਣੀ ਜੀ ਨਾਲ, ਜੋ ਬਟਾਲੇ ਤੋਂ ਸਨ, ਉਹਨਾਂ ਨਾਲ ਹੋਇਆ ਤੇ ਆਪ ਜੀ ਦੀ ਸੰਤਾਨ 2 ਪੁੱਤਰ ਸਨ। ਇਹ ਸੰਖੇਪ ਦੇ ਵਿੱਚ ਉਹਨਾਂ ਦੇ ਪਰਿਵਾਰ ਦੀ ਗਾਥਾ ਹੈ। ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਚੰਦ ਜੀ ਉਹਨਾਂ ਦੇ ਸੁਪੁੱਤਰ ਸਨ। ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ 7 ਸਾਲ ਦੀ ਹੋਈ ਤਾਂ ਉਹਨਾਂ ਨੂੰ ਪੰਡਤ ਗੋਪਾਲ ਜੀ ਦੇ ਕੋਲ ਦੇਵਨਾਗਰੀ ਦੀ ਸਿੱਖਿਆ, ਹਿੰਦੀ ਦੀ ਸਿੱਖਿਆ ਜੋ ਸੀ ਉਹ ਲੈਣ ਦੇ ਲਈ ਭੇਜਿਆ ਗਿਆ। ਜਦੋਂ ਇਹ ਸਿੱਖਿਆ ਦੇ ਵਿੱਚ ਕੁਝ ਮਹਾਰਤ ਹੋ ਗਈ ਤਾਂ ਉਸ ਤੋਂ ਉਪਰੰਤ
ਆਪ ਜੀ ਨੂੰ ਪੰਡਤ ਬ੍ਰਿਜ ਲਾਲ ਜੀ ਕੋਲ ਸੰਸਕ੍ਰਿਤ ਸਿੱਖਣ ਲਈ ਭੇਜਿਆ ਗਿਆ। ਆਪ ਜੀ ਦੀ ਵਿਦਿਆ ਸ਼ੁਰੂ ਹੋਣ ਤੋਂ ਤਕਰੀਬਨ 3 ਕੁ ਸਾਲ ਬਾਅਦ ਉਹ ਘਟਨਾ ਹੋਈ ਜਿਹਦੇ ਬਾਰੇ ਆਪਾਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਉਹ ਸੀ ਜਨੇਊ ਪਾਉਣ ਦਾ ਜੋ ਇਵੈਂਟ ਮਨਾਇਆ ਗਿਆ 10 ਸਾਲ ਦੀ ਉਮਰ ਦੇ ਵਿੱਚ, ਜਦੋਂ ਪੰਡਤ ਹਰਦਿਆਲ ਜੀ ਨੇ ਉਹਨਾਂ ਨੂੰ ਜਨੇਊ ਪਾਉਣ ਦਾ ਜੋ ਰਸਮ ਸੀ, ਜੋ ਸੰਸਕਾਰ ਸੀ, ਉਹ ਕਰਨ ਦੇ ਵਾਸਤੇ ਸਾਰੀ ਬਰਾਦਰੀ ਇਕੱਠੀ ਹੋਈ ਤੇ ਪੰਡਤ ਹਰਦਿਆਲ ਜੀ ਦੇ ਨਾਲ ਸਤਿਗੁਰਾਂ ਦੀ ਬਹਿਸ ਹੋਈ ਜਨੇਊ ਬਾਰੇ। ਤੇ ਆਪ ਜੀ ਨੇ ਉਹ ਸ਼ਬਦ ਉਚਾਰਿਆ ਜਿਸ ਦਾ ਅਸੀਂ ਕੀਰਤਨ ਹਰ ਰੋਜ਼ ਆਸਾ ਜੀ ਦੀ ਵਾਰ ਦੇ ਵਿੱਚ ਕਰਦੇ ਹਾਂ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਟ। ਅਸੀਂ ਸਾਰੇ ਇਸ ਸਾਖੀ ਨੂੰ ਜਾਣਦੇ ਹਾਂ ਕਿ ਕਿਵੇਂ ਸਤਿਗੁਰੂ ਜੀ ਨੇ ਸਾਨੂੰ ਧਰਮ ਦਾ ਜੋ ਸਾਡਾ ਅੰਦਰ ਦਾ ਸੁਧਾਰ ਕਰਨ ਵਾਲੀ ਜਿਹੜੀ ਗੱਲ ਹੈ ਉਹਦੇ ਵੱਲ ਉਹਨਾਂ ਨੇ ਸਾਰਿਆਂ ਦਾ ਧਿਆਨ ਦਿਵਾਇਆ ਅਤੇ ਕੇਵਲ 10 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਜੀ ਨੇ ਇਹ ਸਿੱਖਿਆ ਸਾਨੂੰ ਦਿੱਤੀ ਕਿ ਬਾਹਰੀ ਚਿੰਨ੍ਹ ਧਾਰਨ ਕਰਨ ਦੇ ਨਾਲ ਬੰਦਾ ਧਰਮੀ ਨਹੀਂ ਹੋ ਜਾਂਦਾ ਜਦੋਂ ਤੱਕ ਉਸ ਦੇ ਅੰਦਰ ਧਰਮ ਦੇ ਉਹ ਗੁਣ ਨਾ ਆ ਜਾਣ। ਦਇਆ ਦਾ ਗੁਣ ਨਾ ਆਵੇ, ਸੰਤੋਖ ਦਾ ਗੁਣ ਨਾ ਆਵੇ। ਇਹ ਜਿਹੜੇ ਦੈਵੀ ਗੁਣ ਹਨ ਜਦੋਂ ਤੱਕ ਸਾਡੇ ਜੀਵਨ ਦੇ ਵਿੱਚ ਧਾਰਨ ਨਹੀਂ, ਉਦੋਂ ਤੱਕ ਬਾਹਰੀ ਚਿੰਨ੍ਹ ਜਿਹੜੇ ਹਨ ਉਹ ਨਿਰਾਰਥਕ ਹਨ। ਇਹ ਠੀਕ ਹੈ ਕਿ ਇਹ ਜੋ ਘਟਨਾ ਹੋਈ, ਇਹ ਜੋ ਸਾਖੀ ਹੈ, ਇਹ ਜਨੇਊ ਦੇ ਨਾਲ ਸੰਬੰਧਿਤ ਹੈ, ਪਰ ਅੱਜ ਇੱਕ ਸਿੱਖ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਇਹ ਝਾਤੀ ਮਾਰਨ ਦੀ ਲੋੜ ਹੈ ਕਿ ਕੀ ਅਸੀਂ ਵੀ ਆਪਣੇ ਧਰਮ ਦੇ ਚਿੰਨ੍ਹ ਜਿਨ੍ਹਾਂ ਨੂੰ ਅਸੀਂ ਕਕਾਰ ਆਖਦੇ ਹਾਂ, ਕੀ ਅਸੀਂ ਉਸੇ ਤਰ੍ਹਾਂ ਹੀ ਜਿਵੇਂ ਉਸ ਸਮੇਂ ਦੇ ਵਿੱਚ ਗੁਰੂ ਸਾਹਿਬ ਨੇ ਜਿਵੇਂ ਸਮਝਾਇਆ ਸੀ ਕਿ ਜਨੇਊ ਪਾਇਆ ਜਾ ਰਿਹਾ ਸੀ, ਕਿਤੇ ਅਸੀਂ ਵੀ ਉਸੇ ਤਰ੍ਹਾਂ ਹੀ ਤਾਂ ਨਹੀਂ ਧਾਰਨ ਕਰ? ਕੀ ਇਹਨਾਂ ਕਕਾਰਾਂ ਨੂੰ ਧਾਰਨ ਕਰਨ ਤੋਂ ਬਾਅਦ ਜੋ ਇਹਨਾਂ ਕਕਾਰਾਂ ਦੀ ਸਿੱਖਿਆ ਹੈ, ਭਾਵਨਾ ਹੈ, ਕੀ ਅਸੀਂ ਉਸ ਨੂੰ ਆਪਣੇ ਜੀਵਨ ਵਿੱਚ ਘਟਾਉਣ ਦੀ, ਜੀਵਨ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਯਤਨ ਕਰਦੇ ਹਾਂ, ਗੁਰੂ ਦੀ ਸਿੱਖਿਆ ਦੇ ਉੱਤੇ ਚੱਲਦੇ ਹਾਂ ਤੇ ਆਪਣਾ ਜੀਵਨ ਉਸ ਕਿਸਮ ਦਾ ਬਣਾਉਣਾ ਚਾਹੁੰਦੇ ਹਾਂ ਜਿਸ ਕਿਸਮ ਦੇ ਜੀਵਨ ਦੀ ਸਿੱਖਿਆ ਸਤਿਗੁਰੂ ਜੀ ਨੇ 10 ਸਾਲ ਦੀ ਉਮਰ ਦੇ ਵਿੱਚ ਸਾਨੂੰ ਦਿੱਤੀ ਸੀ। ਤਾਂ 10 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਜੀ ਨੇ, ਜੇ ਅਸੀਂ ਰਿਕਾਰਡਡ ਅਗਰ ਕਹੀਏ ਤਾਂ ਉਹਨਾਂ ਨੇ ਪਹਿਲਾ ਇੱਕ ਬੜਾ ਗੂੜ ਧਾਰਮਿਕ ਉਪਦੇਸ਼ ਸਾਨੂੰ ਸਾਰਿਆਂ ਨੂੰ ਦਿੱਤਾ। ਅਸੀਂ ਇਸ ਜਿਵੇਂ ਕਿ ਗੁਰਬਾਣੀ ਦੇ ਵਿੱਚ ਹੋਰ ਵੀ ਆਉਂਦਾ ਹੈ ਕਿ ਮਹਾਂਪੁਰਖ ਪਰਥਾਏ ਸਾਖੀ ਬੋਲਦੇ, ਸਾਖੀ ਸਾਂਝੀ ਸਗਲ ਜਹਾਨ ਹੈ। ਤਾਂ ਇਹ ਸਾਡੇ ਉੱਤੇ ਵੀ ਉਨੀ ਹੀ ਲਾਗੂ ਹੁੰਦੀ ਹੈ ਤੇ ਸਿੱਖਾਂ ਨੂੰ ਇਹ ਗੱਲ ਸੁਣਾ ਕੇ ਤੇ ਇਹ ਤਸੱਲੀ ਨਹੀਂ ਕਰ ਲੈਣੀ ਚਾਹੀਦੀ ਕਿ ਜਨੇਊ ਬਾਰੇ ਜਾਂ ਹਿੰਦੂ ਮਤ ਦੇ ਪੈਰੋਕਾਰਾਂ ਵਾਸਤੇ ਇਹ ਸਿੱਖਿਆ ਦਿੱਤੀ ਗਈ ਸੀ। ਇਹ ਦਰਅਸਲ ਸਿੱਖਿਆ ਸਾਡੇ ਲਈ ਹੀ ਹੈ। ਖੈਰ ਅੱਗੇ ਚਲੀਏ। 13 ਵਰ੍ਹੇ ਦੀ ਉਮਰ ਤੱਕ ਆਪ ਦੀ ਦੇਵਨਾਗਰੀ ਅਤੇ ਸੰਸਕ੍ਰਿਤ ਦੀ ਸਿੱਖਿਆ ਪੂਰੀ ਹੋ ਜਾਣ ਤੇ ਆਪ ਜੀ ਨੂੰ ਮੌਲਵੀ ਕੁਤਬਦੀਨ ਦੇ ਕੋਲ ਫਾਰਸੀ ਦੀ ਵਿਦਿਆ ਪ੍ਰਾਪਤ ਕਰਨ ਲਈ ਭੇਜਿਆ ਗਿਆ। ਫਾਰਸੀ ਦੀ ਵਿਦਿਆ ਪ੍ਰਾਪਤ ਕਰਨ ਦੇ ਨਾਲ ਨਾਲ ਆਪ ਨੂੰ ਜੋ ਵਪਾਰਕ ਲੈਂਗੁਏਜ, ਲੰਡੇ, ਅਕਾਊਂਟਸ ਵਗੈਰਾ ਦੀ ਜੋ ਸਿੱਖਿਆ ਹੈ ਉਹ ਵੀ ਨਾਲ ਨਾਲ ਆਪ ਦੀ ਚੱਲਦੀ ਰਹੀ। ਇਸ ਦਰਮਿਆਨ 18 ਸਾਲ ਦੀ ਉਮਰ ਦੇ ਵਿੱਚ ਆਪ ਜੀ ਦਾ ਆਨੰਦ ਕਾਰਜ ਵਿਆਹ ਹੋ ਗਿਆ ਮਾਤਾ ਸੁਲੱਖਣੀ ਜੀ ਦੇ ਨਾਲ, ਜੋ ਬਟਾਲੇ ਤੋਂ ਸਨ। ਤੇ ਉਸ ਤੋਂ ਬਾਅਦ ਆਪ ਦਾ ਵਿਆਹਕ ਜੀਵਨ ਜਿਹੜਾ ਹੈ, ਵਿਆਹਤਾ ਜੀਵਨ, ਉਹ ਆਰੰਭ ਹੁੰਦਾ ਹੈ। ਉਸ ਤੋਂ ਬਾਅਦ ਸਤਿਗੁਰੂ ਜੀ ਜਾਪਦਾ ਹੈ ਕਿ ਉਸ ਸਮੇਂ ਤੱਕ ਸਤਿਗੁਰੂ ਜੀ ਮੁੱਖ ਤੌਰ ਦੇ ਉੱਤੇ ਵਿਦਿਆ ਪ੍ਰਾਪਤੀ ਦੇ ਵਿੱਚ ਹੀ ਮਗਨ ਸਨ। ਫਿਰ 22 ਸਾਲ ਦੀ ਉਮਰ ਦੇ ਵਿੱਚ ਸਾਨੂੰ ਇਹ ਇੰਡੀਕੇਸ਼ਨ ਮਿਲਦੀ ਹੈ ਕਿ ਸਤਿਗੁਰੂ ਜੀ ਜਗਤ ਤੋਂ ਉਪਰਾਮ ਹੋ ਗਏ, ਜਾਂ ਕਹਿ ਲਈਏ ਵੈਰਾਗ ਦੀ ਅਵਸਥਾ ਦੇ ਵਿੱਚ ਆ ਗਏ। ਸਾਰਾ ਕੁਝ ਛੱਡ ਛਡਾ ਕੇ ਚਿੰਤਨ ਦੇ ਵਿੱਚ ਮਗਨ ਹੋ ਗਏ, ਘਰੋਂ ਬਾਹਰ ਨਿਕਲਣਾ ਛੱਡ ਦਿੱਤਾ। ਤੇ ਮਾਪਿਆਂ ਨੇ ਜਾਣ ਕੇ ਕਿ ਸ਼ਾਇਦ ਸਤਿਗੁਰੂ ਜੀ ਸਿਹਤ ਠੀਕ ਨਹੀਂ ਹੈ, ਕੋਈ ਅਜੀਬ ਕਿਸਮ ਦੀ ਉਹਨਾਂ ਨੂੰ ਬਿਮਾਰੀ ਲੱਗ ਗਈ ਹੈ, ਉਹਨਾਂ ਨੇ ਵੈਦ ਨੂੰ ਬੁਲਾਇਆ। ਵੈਦ ਹਰਦਾਸ ਜੀ ਨੂੰ ਬੁਲਾ ਕੇ ਉਹਨਾਂ ਨੂੰ ਦਿਖਾਇਆ ਕਿ ਇਹਨਾਂ ਦਾ ਇਲਾਜ ਕਰੋ। ਉਹਨਾਂ ਦੇ ਨਾਲ ਜੋ ਚਰਚਾ ਹੋਈ ਕਿ
ਜੋ ਚਰਚਾ ਦੇ ਵਿੱਚੋਂ ਗੱਲ ਨਿਕਲੀ ਤਾਂ ਵੈਦ ਹਰਦਾਸ ਜੀ ਨੇ ਉਹਨਾਂ ਮਾਪਿਆਂ ਨੂੰ ਸਮਝਾਇਆ, ਪਰਿਵਾਰ ਨੂੰ ਸਮਝਾਇਆ ਕਿ ਇਹਨਾਂ ਨੂੰ ਸਰੀਰਕ ਕਸ਼ਟ ਨਹੀਂ ਹੈ, ਇਹਨਾਂ ਦਾ ਮਨ ਜਗਤ ਵੱਲੋਂ ਉਪਰਾਮ ਹੈ, ਪ੍ਰਭੂ ਨਾਲ ਜੁੜਿਆ ਹੋਇਆ ਹੈ, ਤੇ ਇਹ ਉਸ ਅਵਸਥਾ ਦੇ ਵਿੱਚ ਵਿਚਰ ਰਹੇ ਹਨ, ਇਹ ਬਿਮਾਰ ਨਹੀਂ ਹਨ, ਇਹਨਾਂ ਨੂੰ ਕੋਈ ਕਿਸੇ ਕਿਸਮ ਦੀ ਬਿਮਾਰੀ ਨਹੀਂ ਹੈ। ਤਾਂ ਫਿਰ ਪਰਿਵਾਰ ਨੇ ਯਤਨ ਸ਼ੁਰੂ ਕੀਤੇ ਕਿ ਇਹਨਾਂ ਨੂੰ ਕਿਸੇ ਕਾਰੋਬਾਰ ਦੇ ਵਿੱਚ ਲਗਾਇਆ ਜਾਵੇ, ਕੰਮਾਂ ਦੇ ਵਿੱਚ ਲਗਾਇਆ ਜਾਵੇ। ਤਾਂ ਉਸ ਤੋਂ ਬਾਅਦ ਸਤਿਗੁਰੂ ਜੀ ਦਾ ਉਹ ਸਮਾਂ ਸ਼ੁਰੂ ਹੁੰਦਾ ਹੈ ਜਦੋਂ ਪਰਿਵਾਰ ਵੱਲੋਂ ਤਰ੍ਹਾਂ ਤਰ੍ਹਾਂ ਦੇ ਕੰਮਾਂ ਕਾਰਾਂ ਦੇ ਵਿੱਚ ਆਪ ਜੀ ਨੂੰ ਮਗਨ ਕਰਨ ਦਾ, ਰੁਝਾਉਣ ਦਾ ਯਤਨ ਕੀਤਾ ਗਿਆ। ਇਹ ਸਿਲਸਿਲਾ ਜਿਹੜਾ ਹੈ ਉਹ ਚੱਲਦਾ ਰਿਹਾ। ਅਖੀਰ ਦੇ ਉੱਤੇ ਇੱਕ ਘਟਨਾ ਜਿਹੜੀ ਸਾਡੀ ਨਜ਼ਰ ਦੇ ਵਿੱਚ ਆਉਂਦੀ ਹੈ, ਜਿਹਨੂੰ ਅਸੀਂ ਸੱਚੇ ਸੌਦੇ ਦੀ ਸਾਖੀ ਕਹਿ ਦਿੰਦੇ ਹਾਂ, ਉਹ 34 ਸਾਲ ਦੀ ਉਮਰ ਦੇ ਵਿੱਚ ਸਤਿਗੁਰਾਂ ਜੀ ਨਾਲ ਵਾਪਰੀ। ਇਹ ਇੱਕ ਐਸੀ ਘਟਨਾ ਸੀ ਜਿਹਦੇ ਨਾਲ ਆਪ ਜੀ ਦੇ ਜੀਵਨ ਦਾ ਇੱਕ ਪੈਟਰਨ ਜੋ ਹੈ ਉਹ ਨਵਾਂ ਸ਼ੁਰੂ ਹੋ ਗਿਆ। ਉਦੋਂ ਤੱਕ ਆਪ ਜੀ ਕਾਰੋਬਾਰਾਂ ਦੇ ਵਿੱਚ ਚੱਲ ਰਹੇ ਸਨ, ਖੇਤੀ ਕੀਤੀ ਆਪ ਨੇ, ਡੰਗਰ ਪਾਲਣ ਦਾ ਧੰਦਾ ਵੀ ਕੀਤਾ, ਹੋਰ ਵੀ ਧੰਦੇ ਕੀਤੇ ਹੋਣਗੇ ਜਿਨ੍ਹਾਂ ਦਾ ਜ਼ਿਕਰ ਸਾਨੂੰ ਮਿਲਦਾ ਨਹੀਂ ਹੈ, ਕਿਉਂਕਿ ਇਹ ਸਮਾਂ ਕਾਫੀ ਲੰਬਾ ਹੈ, ਤਕਰੀਬਨ 12 ਸਾਲ ਦਾ ਸਮਾਂ ਬਣਦਾ ਹੈ। ਤਾਂ ਇਹ ਇੱਕ ਐਸੀ ਸਭ ਦੇ ਮਨ ਨੂੰ ਪਰੇਸ਼ਾਨ ਕਰਨ ਵਾਲੀ ਘਟਨਾ ਸੀ ਕਿ ਆਪ ਜੀ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ ਨੇ ਆਪਣੇ ਜਵਾਈ ਬੀਬੀ ਨਾਨਕੀ ਜੀ ਦੇ ਪਤੀ ਭਾਈਆ ਜੈ ਰਾਮ ਜੀ, ਜੋ ਸੁਲਤਾਨਪੁਰ ਵਿਖੇ ਦੌਲਤ ਖਾਨ ਦੀ ਨੌਕਰੀ ਦੇ ਵਿੱਚ ਸਨ, ਸੁਲਤਾਨਪੁਰ ਲੋਧੀ ਦੇ ਵਿੱਚ, ਉਹਨਾਂ ਨੂੰ ਬੁਲਾ ਭੇਜਿਆ। ਉਹਨਾਂ ਨੇ ਆਪਣੀ ਪਤਨੀ ਦੇ ਨਾਲ ਸਲਾਹ ਕਰਕੇ ਜਦੋਂ ਇੱਥੇ ਆਏ, ਤੇ ਇੱਥੇ ਆ ਕੇ ਉਹਨਾਂ ਨੇ ਆਪਣੇ ਸਹੁਰਾ ਸਾਹਿਬ ਨੂੰ, ਮਹਿਤਾ ਕਾਲੂ ਜੀ ਨੂੰ ਕਿਹਾ ਕਿ ਤੁਸੀਂ ਨਾਨਕ ਨੂੰ ਸਾਡੇ ਨਾਲ ਭੇਜ ਦਿਓ, ਮੈਂ ਕੋਈ ਆਹਰ ਕਰਾਂਗਾ ਸੁਲਤਾਨਪੁਰ ਦੇ ਵਿੱਚ ਉਹਦੇ ਰੁਜ਼ਗਾਰ ਦਾ ਪ੍ਰਬੰਧ ਕਰਨ। ਉਸੇ ਤਰ੍ਹਾਂ ਹੀ ਹੋਇਆ, ਮੈਂ ਬਹੁਤ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ। ਤਾਂ ਤਕਰੀਬਨ 35 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਜੀ ਤਲਵੰਡੀ ਤੋਂ ਸੁਲਤਾਨਪੁਰ ਚਲੇ ਗਏ। ਤਾਂ 35 ਤੋਂ 38 ਸਾਲ ਦੀ ਉਮਰ ਤੱਕ ਸਤਿਗੁਰੂ ਜੀ ਸੁਲਤਾਨਪੁਰ ਦੇ ਵਿੱਚ ਮੋਦੀ ਖਾਨੇ ਦੇ ਵਿੱਚ ਉਹਨਾਂ ਨੇ ਮੋਦੀ ਦੀ ਨੌਕਰੀ ਕੀਤੀ। ਉੱਥੋਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਕਿਵੇਂ ਉਹਨਾਂ ਦੀਆਂ ਸ਼ਿਕਾਇਤਾਂ ਵੀ ਹੋਈਆਂ ਕਿ ਨਾਨਕ ਤੋਲ ਕੇ ਲੋਕਾਂ ਨੂੰ ਦੇ ਦਿੰਦਾ ਹੈ, ਫ੍ਰੀ ਵੰਡੀ ਜਾਂਦਾ ਹੈ, ਇਹਨੇ ਮੋਦੀ ਖਾਨਾ ਲੁਟਾ ਦਿੱਤਾ ਹੈ। ਪਰ ਸਤਿਗੁਰੂ ਜੀ ਲੋਕਾਂ ਨੂੰ ਭਾਵੇਂ ਕੁਛ ਵੀ ਲੱਗੇ, ਸਤਿਗੁਰੂ ਜੀ ਆਪ ਆਪਣੇ ਕੰਮ ਧੰਦੇ ਦੇ ਵਿੱਚ ਬੜੇ ਚੇਤੰਨ ਸਨ ਅਤੇ ਕੰਮ ਪੂਰੀ ਤਨਦੇਹੀ ਦੇ ਨਾਲ ਕਰਦੇ ਸਨ। ਤੇ ਜਦੋਂ ਵੀ ਉਹਨਾਂ ਦਾ ਸਟਾਕ ਤੇ ਪੈਸਾ ਚੈੱਕ ਕੀਤਾ ਗਿਆ, ਉਹਦੇ ਵਿੱਚ ਕੋਈ ਫਰਕ ਨਾ ਮਿਲਿਆ, ਬਲਕਿ ਸਤਿਗੁਰੂ ਜੀ ਦਾ ਜੋ ਉੱਥੇ ਆਪਣੀ ਮਾਇਆ ਉਹਨਾਂ ਨੇ ਗਰੀਬਾਂ ਦੇ ਵਿੱਚ ਰਸਦ ਦੇਣ ਲਈ, ਵੰਡਣ ਲਈ ਰੱਖੀ ਹੁੰਦੀ ਸੀ, ਉਹ ਫਾਲਤੂ ਹੀ ਨਿਕਲੀ। ਕਿਉਂਕਿ ਸਤਿਗੁਰੂ ਜੀ ਆਪਣੀ ਲੋੜ ਜਿੰਨਾ ਰੱਖ ਕੇ ਤੇ ਬਾਕੀ ਲੋੜਵੰਦਾਂ ਦੇ ਵਿੱਚ ਵੰਡ ਦਿੰਦੇ ਸਨ। ਸਤਿਗੁਰੂ ਜੀ ਦਾ ਇਹ ਸਮਾਂ ਜੋ ਹੈ, ਇਹ ਸਿਰਫ ਕਾਰੋਬਾਰ ਦੇ ਹਿਸਾਬ ਨਾਲ ਨਹੀਂ, ਸਗੋਂ ਇੱਕ ਹੋਰ ਹਿਸਾਬ ਨਾਲ ਵੀ ਬੜਾ ਇੰਪੋਰਟੈਂਟ ਹੈ ਸਾਡੇ ਲਈ ਸਮਝਣ ਵਾਸਤੇ ਕਿ ਇਹ 3 ਸਾਲਾਂ ਦੇ ਵਿੱਚ ਸਤਿਗੁਰੂ ਜੀ ਨੇ ਉਚੇਚੇ ਐਫਰਟਸ ਕਰਕੇ ਉੱਥੇ ਸੰਗਤ ਬਣਾਈ। ਭਾਈ ਮਰਦਾਨਾ ਜੀ ਨੂੰ ਤਲਵੰਡੀ ਤੋਂ ਬੁਲਾ ਲਿਆ ਤੇ ਉਹਨਾਂ ਦੇ ਆਲੇ ਦੁਆਲੇ ਕੀਰਤਨ ਤੇ ਬਾਣੀ ਦੇ ਪ੍ਰੇਮ ਦੇ ਵਿੱਚ ਸੰਗਤ ਜੁੜਨੀ ਸ਼ੁਰੂ ਹੋ, ਜਿਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਗੁਰਸਿੱਖਾਂ ਦੇ ਨਾਮ ਵੀ ਸਾਡੇ ਕੋਲ ਪਹੁੰਚਦੇ ਹਨ, ਭਾਈ ਭਗੀਰਥ ਜੀ, ਭਾਈ ਮਨਸੁਖ ਜੀ ਤੇ ਹੋਰ ਵੀ। ਤੋਂ ਇਉਂ 38 ਸਾਲ ਦੀ ਉਮਰ ਤੱਕ ਸਤਿਗੁਰੂ ਜੀ ਇਹਨਾਂ ਸਾਰੇ ਕੰਮਾਂ ਦੇ ਵਿੱਚ ਮਗਨ ਰਹੇ। ਤੇ 38 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਜੀ ਦੇ ਜੀਵਨ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਉਹ ਇੱਕ ਯੁੱਗ ਪਲਟਾਊ ਘਟਨਾ ਸੀ। ਸਤਿਗੁਰੂ ਜੀ ਨੇ ਆਪਣੀ ਰਜ਼ਾ ਦੇ ਵਿੱਚ ਉਹਦੇ ਬਾਰੇ ਆਪ ਸਾਨੂੰ ਕੁਝ ਨਹੀਂ ਦੱਸਿਆ ਤੇ ਨਾ ਹੀ ਕਿਸੇ ਹੋਰ ਨੂੰ, ਪੱਗ ਬੁੱਧੀ ਵਾਲੇ ਸਾਡੇ ਵਰਗੇ ਜੀਵਾਂ ਨੂੰ ਉਸ ਦੀ ਪੂਰੀ ਸਮਝ ਲੱਗੀ।
ਸਗੋਂ ਲੋਕਾਂ ਨੇ ਆਪੋ ਆਪਣੇ ਅੰਦਾਜ਼ੇ ਲਗਾਏ। ਹਾਂ, ਇਹਦੇ ਬਾਰੇ ਜੋ ਵਰਣਨ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਵਿਦਵਾਨ ਕਹਿੰਦੇ ਹਨ ਕਿ ਹੈ, ਔਰ ਗੁਰਦਾਸ ਜੀ ਨੇ ਵੀ ਇਹਦਾ ਜੋ ਵਰਣਨ ਕੀਤਾ ਹੈ, ਉਹ ਉਹਨਾਂ ਦੀ ਰੈਫਰੈਂਸ ਇੱਕ ਗੁੱਝੇ ਤਰੀਕੇ ਨਾਲ, ਰਮਜ਼ ਭਰੇ ਤਰੀਕੇ ਦੇ ਨਾਲ ਸਤਿਗੁਰੂ ਜੀ ਨੇ ਆਪ ਵੀ ਇਹਦਾ ਸ਼ਾਇਦ ਜ਼ਿਕਰ ਕੀਤਾ ਹੈ, ਤੇ ਭਾਈ ਗੁਰਦਾਸ ਜੀ ਨੇ ਤਾਂ ਸਪਸ਼ਟ ਤੌਰ ਤੇ ਉਸ ਘਟਨਾ ਨੂੰ ਇਸ਼ਾਰਿਆਂ ਦੇ ਨਾਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇਤ ਅਕ ਆਹਾਰ ਕਰ, ਰੋੜਾ ਕੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣ ਆਈ। ਬਾਬਾ ਪਹਿੰਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਬਾਬਾ ਦੇਖਿਆ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ। ਬਾਝੋਂ ਗੁਰੂ ਗੁਬਾਰ ਹੈ ਜਲਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਚੜਿਆ ਸੋਧਨ ਧਰਤ ਲੁਕਾਈ। ਹੁਣ ਇੱਥੇ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੇ ਜੀਵਨ ਦੇ ਬਾਰੇ ਸਾਨੂੰ ਬੜੇ ਗੁੱਝੇ ਔਰ ਬੜੇ ਕੀਮਤੀ ਇਸ਼ਾਰੇ ਕੀਤੇ ਹਨ ਕਿ ਸਤਿਗੁਰੂ ਜੀ ਨੇ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇਤ ਅਕ ਆਹਾਰ ਕਰ, ਰੋੜਾ ਕੀ ਗੁਰ ਕਰੀ ਵਿਛਾਈ। ਹੁਣ ਇੱਥੇ ਰੇਤ ਅਕ ਆਹਾਰ ਕਰ, ਇਹ ਸਾਨੂੰ ਮੁਹਾਵਰੇ ਦੇ ਤੌਰ ਤੇ ਇਹਦੇ ਅਰਥ ਸਮਝਣੇ ਚਾਹੀਦੇ ਹਨ, ਕਿਉਂਕਿ ਅਸੀਂ ਆਮ ਜੀਵਨ ਦੇ ਵਿੱਚ ਵੀ ਇਹੋ ਜਿਹੇ ਸ਼ਬਦ ਵਰਤਦੇ ਹਾਂ। ਜਦੋਂ ਅਸੀਂ ਕੋਈ ਬੜਾ ਹਾਰਡ ਵਰਕ ਕਰਕੇ ਸ਼ਹਿਰਾਂ ਦੇ ਵਿੱਚ ਆਪਣੇ ਕੰਮ ਕਾਰਾਂ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਜਾਂਦੇ ਹਾਂ, ਤੇ ਸ਼ਾਮ ਨੂੰ ਜਦੋਂ ਪੁੱਛਿਆ ਜਾਂਦਾ ਹੈ ਤੇ ਅਸੀਂ ਕਈ ਵਾਰੀ ਮਜ਼ਾਕ ਦੇ ਵਿੱਚ ਵੀ ਇਹ ਮੁਹਾਵਰੇ ਵਰਤ ਦਿੰਦੇ ਹਾਂ ਕਿ ਧੱਕੇ ਖਾ ਕੇ ਆ ਰਹੇ ਜਾਂ ਮਿੱਟੀ ਫੱਕ ਕੇ ਆ ਰਹੇ, ਪਰ ਉਹਦਾ ਅਰਥ ਉਹ ਨਹੀਂ ਹੁੰਦਾ। ਨਾ ਧੱਕੇ ਪੈਂਦੇ ਹਨ ਤੇ ਨਾ ਮਿੱਟੀ ਦੇ ਫੱਕੇ ਕੋਈ ਮਾਰਦਾ ਹੈ। ਦਰਅਸਲ ਉਹਦਾ ਮਤਲਬ ਹੁੰਦਾ ਹੈ ਕਿ ਸਖਤ ਮਿਹਨਤ ਕਰਕੇ ਆ ਰਹੇ। ਇਸੇ ਤਰ੍ਹਾਂ ਹੀ ਰੋੜਾ ਕੀ ਗੁਰ ਕਰੀ ਵਿਛਾਈ। ਹਾਲਾਂਕਿ ਇਹ ਭਾਈ ਗੁਰਦਾਸ ਜੀ ਨੇ ਜੋ ਇਹ ਸ਼ਬਦ ਵਰਤੇ ਹਨ, ਇਹ ਸਤਿਗੁਰੂ ਜੀ ਦੇ ਆਰੰਭਕ ਜੀਵਨ, ਜਦੋਂ ਉਹਨਾਂ ਨੇ ਉਦਾਸੀਆਂ ਸ਼ੁਰੂ ਕੀਤੀਆਂ, ਉਸ ਵਕਤ ਦੇ ਹਨ। ਪਰ ਜੇ ਅਸੀਂ ਦੇਖੀਏ ਤਾਂ ਉਦਾਸੀਆਂ ਦੇ ਦੌਰਾਨ ਤਾਂ ਸਤਿਗੁਰੂ ਜੀ ਨੇ ਪਤਾ ਨਹੀਂ ਇਸ ਅਵਸਥਾ ਦੇ ਵਿੱਚੋਂ ਕਿੰਨੀ ਵਾਰੀ ਨਿਕਲੇ ਹੋਣਗੇ, ਕਿੰਨੀ ਵਾਰੀ ਜੰਗਲਾਂ ਦੇ ਵਿੱਚੋਂ, ਕਿੰਨੀ ਵਾਰੀ ਰੇਗਿਸਤਾਨਾਂ ਦੇ ਵਿੱਚੋਂ, ਤੇ ਕੋਈ ਸੁੱਖ ਆਰਾਮ ਉਹਨਾਂ ਦੇ ਕੋਲ ਹੈ ਹੀ ਨਹੀਂ ਸੀ। ਤੇ ਫਿਰ ਰੋੜਾ ਕੀ ਗੁਰ ਕਰੀ ਵਿਛਾਈ ਤਾਂ ਪਤਾ ਨਹੀਂ ਕਿੰਨੀ ਵਾਰੀ ਸਤਿਗੁਰੂ ਜੀ ਨੇ ਇਹ ਪ੍ਰੈਕਟੀਕਲੀ ਕੀਤੀ ਹੋਣੀ। ਤੋ ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣ ਆਈ। ਪਰ ਇੱਥੇ ਇਹਨਾਂ ਸਾਰੇ ਮੁਹਾਵਰਿਆਂ ਦਾ ਅਰਥ ਜੋ ਹੈ, ਨਾ ਤਾਂ ਤਪੱਸਿਆ ਉਹ ਵੇਦਾਂ ਸ਼ਾਸਤਰਾਂ ਪੁਰਾਣਾਂ ਵਾਲੀ ਕਰਮ ਕਾਂਡਾਂ ਵਾਲੀ ਤਪੱਸਿਆ ਹੈ। ਇਹ ਸਤਿਗੁਰੂ ਜੀ ਦੀ ਜੋ ਧਾਰਮਿਕ ਤਰੱਕੀ ਵਾਸਤੇ, ਧਾਰਮਿਕ ਸਿੱਖਿਆ ਦੇਣ ਵਾਸਤੇ ਜੋ ਸਤਿਗੁਰੂ ਜੀ ਨੇ ਆਪ ਮਿਹਨਤ ਕੀਤੀ, ਇਹ ਉਹਦੇ ਵਾਸਤੇ ਹੈ। ਵੱਡੇ ਭਾਗ ਹਰ ਸਿਉ ਬਣ ਆਏ। ਤੇ ਅੱਗੇ ਆਪ ਇਸ਼ਾਰਾ ਦਿੰਦੇ ਹਨ ਕਿ ਬਾਬਾ ਪਹਿੰਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਬਹੁਤ ਸਾਰੇ ਇਤਿਹਾਸਕਾਰਾਂ ਨੇ ਇਹਦੇ ਬਾਰੇ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾਏ ਹਨ। ਕੋਈ ਕਹਿੰਦੇ ਹਨ ਕਿ ਨਦੀ ਦੇ ਵਿੱਚ ਚਲੇ ਗਏ ਤੇ ਨਦੀ ਦੇ ਵਿੱਚੋਂ ਰਸਤਾ ਸੱਚਖੰਡ ਨੂੰ ਜਾਂਦਾ ਸੀ ਤੇ ਉੱਥੇ ਚਲੇ ਗਏ। ਕਈ ਕਹਿੰਦੇ ਹਨ ਕਿ ਨਹੀਂ, ਲੌਜੀਕਲੀ ਦੇਖੀਏ ਤਾਂ ਸਤਿਗੁਰੂ ਜੀ ਸ਼ਾਇਦ ਨਦੀ ਦੇ ਵਿੱਚ ਇਸ਼ਨਾਨ ਕਰਨ ਗਏ ਤੇ ਪਾਰ ਕਰਕੇ ਦੂਜੇ ਕਿਨਾਰੇ ਤੇ ਕਿਸੇ ਜੰਗਲ ਦੇ ਵਿੱਚ ਜਾ ਕੇ ਡੂੰਘੇ ਚਿੰਤਨ ਦੇ ਵਿੱਚ ਬੈਠੇ ਰਹੇ। ਗੱਲ ਕੁਝ ਵੀ ਹੋਵੇ, ਜਦੋਂ ਸਤਿਗੁਰੂ ਜੀ ਨੇ ਇਹਦੇ ਉੱਤੇ ਪਰਦਾ ਪਾ ਲਿਆ ਤਾਂ ਸਾਨੂੰ ਉਹਦੇ ਪਿੱਛੇ ਜਾਣ ਦੀ ਕੋਈ ਲੋੜ ਨਹੀਂ। ਸਾਡਾ ਤਾਂ ਜੀਵਨ ਸਤਿਗੁਰੂ ਜੀ ਦੀ ਸਿੱਖਿਆ ਦੇ ਉੱਤੇ ਚੱਲਣ ਦੇ ਵੱਲ ਹੋਣਾ ਚਾਹੀਦਾ ਹੈ। ਹੁਣ ਇਸ ਵੇਲੇ ਜੋ ਕੁਛ ਵੀ ਹੋਇਆ ਉਹ ਯੁੱਗ ਪਲਟਾਊ ਸੀ, ਤੇ ਸਤਿਗੁਰੂ ਜੀ ਨੇ ਜੋ ਕੰਮ ਸ਼ੁਰੂ ਕੀਤਾ ਉਸ ਤੋਂ ਬਾਅਦ ਉਦਾਸੀਆਂ ਦਾ, ਉਹ ਸਿੱਖ ਧਰਮ ਦੇ ਵਿੱਚ ਇੱਕ ਬੜਾ ਵੱਡਾ ਈਵੈਂਟ ਸੀ, ਜਿਸ ਦੇ ਨਾਲ ਆਪ ਜੀ ਨੇ ਪੂਰੇ ਜਗਤ ਦਾ ਭ੍ਰਮਣ ਕੀਤਾ। ਹਰ ਧਰਮ ਦੇ ਜਿੰਨੇ ਵੀ ਇਸ ਇਲਾਕੇ ਦੇ ਧਰਮ ਮੌਜੂਦ ਸਨ, ਸਭ ਦੇ ਨਾਲ ਗੱਲਬਾਤ ਕੀਤੀ, ਇੰਟਰਫੇਥ ਡਾਇਲਾਗ ਕੀਤਾ, ਸਭ ਨੂੰ ਸਮਝਾਉਣ ਦਾ ਯਤਨ ਕੀਤਾ, ਉਸ ਅਕਾਲ ਪੁਰਖ ਦੇ ਨਾਲ ਜੋੜਨ ਦਾ ਯਤਨ ਕੀਤਾ ਤੇ ਕਰਮਕਾਂਡੀ ਜੀਵਨ ਨੂੰ ਛੱਡਣ ਦਾ ਯਤਨ, ਸਿੱਖਿਆ ਦਿੱਤੀ। ਇਸੇ ਤਰ੍ਹਾਂ ਹੀ
सतगुरुਆਂ जी की अपनी लिखी हुई एक पौड़ी साडे कोल मौजूद है कि हौं ढाडी बेकार कारा लाए, रात देह कै वार धुरों फरमाए। हुण सतगुरु जी इस जिहड़ी वार दी पौड़ी है ਉਹਦੇ ਵਿੱਚ ਵੀ ਸਤਿਗੁਰੂ ਫਰਮਾ ਰਹੇ ਹਨ ਕਿ ਮੈਂ ਤਾਂ ਉਸ ਅਕਾਲ ਪੁਰਖ ਦਾ ਇੱਕ ਬੇਕਾਰ ਜਿਹਾ ਗੁਣ ਗਾਉਣ ਵਾਲਾ ਢਾਡੀ ਸੇਵਕ ਹਾਂ। ਤੇ ਢਾਡੀ ਸੱਚਾ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕਪੜਾ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ, ਢਾਡੀ ਕਰੇ ਪਸਾਓ ਸ਼ਬਦ वजाया, नानक सच सलाह पूरा पाए। तो सतगुरु जी ने भी इधर आप भी सानू रमजा भरे इशारे कीते हैं, ते भाई गुरदास जी ने भी ये रमजा भरे इशारे कीते हैं उस इवेंट के बारे जिन्हों जो वेई नदी दे विच सुल्तानपुर दे कोल बाबा जी का जिथे कीर्तन का दरबार लगता सी, सत्संग लगता सी, जिथे अज गुरुद्वारा बेर साहिब सुशोभित है, उत्थे सतगुरु जी इशनान करन गए ते परते नहीं। ते उस तो पिछों बाबा जी ये डिसीजन लैके कि हुण मैं जगत दे विच करतार दा होका देना है, ढाडी दा काम करना है। तो सतगुरु जी ने उस तो बाद उदासियां शुरू की। ਹੁਣ ਤੱਕ ਦਾ ਸਤਿਗੁਰੂ ਜੀ ਦਾ ਜੇ 38 ਸਾਲ ਦਾ ਜੋ ਸਮਾਂ ਹੈ ਉਹਦੇ ਵੱਲ ਇੱਕ ਛੋਟਾ ਜਿਹਾ ਝਾਤ ਸਾਡੇ ਵਾਸਤੇ ਮਾਰਨੀ ਜ਼ਰੂਰੀ ਹੈ, ਕਿਉਂਕਿ ਸਾਨੂੰ ਬਹੁਤ ਸਾਰੀਆਂ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਹਨ ਔਰ ਸਾਨੂੰ ਇਤਿਹਾਸ ਦੇ ਵਿੱਚ ਵੀ ਪੂਰੀ ਇਹਦਾ ਵੇਰਵਾ ਨਹੀਂ ਮਿਲਦਾ। ਕੇਵਲ ਕੁਝ ਚੋਣਵੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਦਿਲਚਸਪ ਲੱਗਦੀਆਂ ਸਨ ਉਹੀ ਸਾਡੇ ਇਤਿਹਾਸ ਦੇ ਵਿੱਚ ਆਈਆਂ। ਹੁਣ ਆਪਾਂ ਪਹਿਲਾਂ ਇਹ ਦੇਖੀਏ ਕਿ ਸਤਿਗੁਰੂ ਜੀ ਦੀ ਵਿਦਿਆ ਦਾ ਸਮਾਂ 7 ਸਾਲ ਦੀ ਉਮਰ ਵਿੱਚ ਸ਼ੁਰੂ ਹੁੰਦਾ ਹੈ, ਤੇ ਜੇ ਅਸੀਂ ਇਹ ਸਮਝ ਲਈਏ ਕਿ ਉਹਨਾਂ ਦੇ ਵਿਆਹ ਤੱਕ ਇਹ ਸਮਾਂ ਲਗਾਤਾਰ ਚੱਲਦਾ ਰਿਹਾ ਤਾਂ ਵੀ ਇਹ 11 ਸਾਲ ਦਾ ਸਮਾਂ ਬਣਦਾ ਹੈ, ਜਿਹਦੇ ਵਿੱਚ ਸਤਿਗੁਰੂ ਜੀ ਨੇ ਦੇਵਨਾਗਰੀ, ਸੰਸਕ੍ਰਿਤ, ਫਾਰਸੀ ਤੇ ਅਕਾਊਂਟਸ, ਲੰਡੇ ਆਦਿਕ ਦੀ ਸਿੱਖਿਆ ਪ੍ਰਾਪਤ ਕੀਤੀ। ਨਾਲ ਹੀ ਉਹਨਾਂ ਨੂੰ ਪਟਵਾਰ ਦੀ ਤੇ ਹਿਸਾਬ ਕਿਤਾਬ ਰੱਖਣ ਦੀ, ਕਿਉਂਕਿ ਆਪ ਜੀ ਦੇ ਪਿਤਾ ਜੀ ਪਟਵਾਰੀ ਸਨ, ਉਹ ਕੰਮ ਵੀ ਸਿਖਾਉਣ ਦੀ ਸਿੱਖਿਆ ਦਿੱਤੀ। ਤੇ 18 ਸਾਲ ਤੋਂ ਲੈ ਕੇ 34 ਸਾਲ ਤੱਕ ਦੀ ਜੋ ਆਪ ਦੀ ਆਯੂ ਸੀ ਜਦੋਂ ਆਪ ਸੁਲਤਾਨਪੁਰ ਗਏ, ਤਾਂ ਇਹ ਤਕਰੀਬਨ 16 ਸਾਲ ਦਾ ਸਮਾਂ ਬਣਦਾ ਹੈ, ਜਿਹਦੇ ਵਿੱਚ ਆਪ ਜੀ ਦਾ ਵਿਆਹ ਹੋਇਆ, ਪਰਿਵਾਰ ਬਣਿਆ, ਆਪ ਜੀ ਨੇ ਕਈ ਕੰਮ ਧੰਦੇ ਕੀਤੇ ਤੇ ਜਿਨ੍ਹਾਂ ਵਿੱਚੋਂ ਸਾਨੂੰ ਕੁਝ ਕੁ ਦਾ ਜ਼ਿਕਰ ਇਤਿਹਾਸ ਦੇ ਵਿੱਚ ਮਿਲਦਾ ਹੈ। ਪਰ ਇੱਕ ਗੱਲ ਸਪਸ਼ਟ ਹੈ ਕਿ ਜੇ 16 ਸਾਲ ਸਤਿਗੁਰੂ ਜੀ ਕਾਰੋਬਾਰ ਦੇ ਵਿੱਚ, ਕੰਮ ਧੰਦਿਆਂ ਦੇ ਵਿੱਚ ਲੱਗੇ ਰਹੇ ਹਨ, ਤਾਂ ਇਹ ਜੋ ਸਾਡੇ ਕੋਲ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ ਹੈ ਇਹ ਕਿਸੇ ਵੀ ਤਰ੍ਹਾਂ ਪੂਰਾ ਨਹੀਂ ਹੈ। ਇਹ ਅਸੀਂ ਇਹ ਕਹਿ ਲਈਏ ਕਿ ਆਊਟਲਾਈਨ ਤੋਂ ਵੱਧ ਕੁਝ ਨਹੀਂ। ਤਾਂ ਸਤਿਗੁਰੂ ਜੀ ਨੇ 16 ਸਾਲ ਪਰਿਵਾਰ ਦੇ ਪਾਲਣਾ ਦੇ ਵਾਸਤੇ ਆਪਣੇ ਮਾਤਾ ਪਿਤਾ ਦੀਆਂ ਇੱਛਾਵਾਂ ਦੇ ਮੁਤਾਬਕ ਕਾਰੋਬਾਰ ਕੀਤੇ, ਤੇ ਇਹ ਅੰਤ ਦੇ ਉੱਤੇ ਆਪ ਦੀ ਅਵਸਥਾ ਜਦੋਂ ਐਸੀ ਬਣੀ ਕਿ ਜਦੋਂ ਸੱਚਾ ਸੌਦਾ ਦੀ ਜੋ ਘਟਨਾ ਵਾਪਰੀ, ਤਾਂ ਉਸ ਤੋਂ ਬਾਅਦ ਆਪ ਦੀ ਜ਼ਿੰਦਗੀ ਦਾ ਅਗਲਾ ਦੌਰ ਸ਼ੁਰੂ ਹੁੰਦਾ ਹੈ, ਜੋ ਤਕਰੀਬਨ 3-3.5 ਸਾਲ ਦੇ ਕਰੀਬ ਸੁਲਤਾਨਪੁਰ ਲੋਧੀ ਵਿਖੇ ਚੱਲਦਾ ਹੈ। तो ਇਹ ਵੀ ਆਪ ਜੀ ਦਾ ਸਮਾਂ ਜੋ ਹੈ 3 ਸਾਲ ਆਪ ਜੀ ਨੇ ਕਾਰੋਬਾਰ ਕੀਤਾ, ਪੂਰੀ ਤਨਦੇਹੀ, ਇਮਾਨਦਾਰੀ ਤੇ ਸੁਹਿਰਦਤਾ ਦੇ ਨਾਲ ਉਹ ਨੌਕਰੀ ਕੀਤੀ, ਤੇ ਨਾਲ ਨਾਲ ਧਰਮ ਪ੍ਰਚਾਰ ਦਾ ਕੰਮ, ਸਤਸੰਗਤ ਦੇ ਵਿੱਚ ਗੁਰਸਿੱਖਾਂ ਨੂੰ ਨਾਲ ਆਪਣੇ ਜੋੜ ਕੇ ਇੱਕ ਸੰਗਤ ਬਣਾ ਕੇ ਕੰਮ ਕੀਤਾ। ਤੋਂ ਵੇਈ ਨਦੀ ਦੀ ਘਟਨਾ ਤੱਕ ਸਤਿਗੁਰੂ ਜੀ ਦੇ ਜੀਵਨ ਦੇ ਵਿੱਚ ਇਹ ਸਾਰੀਆਂ ਘਟਨਾਵਾਂ ਨੂੰ ਅਗਰ ਅਸੀਂ ਸਮਝੀਏ ਤੇ ਜੋ ਸਾਡੇ ਧਰਮ ਦੇ ਵਿਰੋਧੀਆਂ ਵੱਲੋਂ ਇਹੋ ਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਹਨ, ਜਿਵੇਂ ਸਵਾਮੀ ਦਇਆਨੰਦ ਨੇ ਕਹਿ ਦਿੱਤਾ ਸੀ ਕਿ ਗੁਰੂ ਨਾਨਕ ਤਾਂ ਇੱਕ ਅਨਪੜ੍ਹ ਸੀ, ਤਾਂ ਇਹ ਇਸ ਕਸਵੱਟੀ ਦੇ ਉੱਤੇ ਗੱਲ ਪੂਰੀ ਨਹੀਂ ਉਤਰਦੀ। ਵੈਸੇ ਵੀ ਜਦੋਂ ਆਪਾਂ ਗੁਰਬਾਣੀ ਦੇ ਵਿਚਾਰ ਕਰਦੇ ਹਾਂ ਤਾਂ ਸਾਨੂੰ ਭਲੀ ਭਾਂਤ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਇੰਨੀਆਂ ਭਾਸ਼ਾਵਾਂ ਦਾ ਗਿਆਨ ਔਰ ਮਾਸਟਰੀ ਮਿਲਦੀ ਹੈ, ਚਾਹੇ ਸੰਸਕ੍ਰਿਤ ਹੋਵੇ, ਚਾਹੇ ਫਾਰਸੀ ਹੋਵੇ, ਤੇ ਚਾਹੇ ਹਿੰਦੁਸਤਾਨ ਦੇ ਵੱਖ-ਵੱਖ ਇਲਾਕਿਆਂ ਦੀਆਂ ਭਾਸ਼ਾਵਾਂ, ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਡਾਇਲੈਕਟਸ,
और एक उच्च पाए की कविता अगर सिर्फ ਸਾਹਿਤਕ पक्ष तो भी देख लीए तो सानू ये गल स्पष्ट हो जाती है कि सतगुरु जी अपने समय दे जो धर्म प्रचारक सन शायद उन्हां विचों सब तो वध वैरायटी की सिक्ख्या लै चुके और सब तो काबल विद्वानां दे विचों एक सन। खैर अगे तुरीए कि उदासियां सतगुरु जी ने करतारपुर साहिब तो बाद शुरू कीतियां। पहली उदासी सतगुरु जी ने जो शुरू की उस सितंबर 1707 दे विच चौमासा लंघन तो बाद बरसात का सीजन लंघन तो बाद सतगुरु जी ने शुरू की। ये सब तो लंबी उदासी सी जिहड़ी सन 1515 तक चली। तो ये हिंदू तीर्थां वाल दी उदासी सी। तो इहदे विच सतगुरु जी पूरे हिंदुस्तान के हिंदू तीर्थां ते गए जिन्हां दी डिटेल आपां थोड़ी जी अगे देखते हाँ। दूजी उदासी सतगुरु जी ने 1517 तो 1518 के अध तक बल्कि सितंबर 1517 तो 1518 के अध तक जो की वो सुमेर पर्वत ते तिब्बत लेह लद्दाख ते इधर हिमाचल दीयां पहाड़ियां लाहौल स्पीति वगैरह इन्हां सारे इलाकों के विचों लंघते हुए आप गए ते फिर वापस आए। उस तो बाद तीजी उदासी आप जी की 1518 तो 1521 तक हुई जिहड़ी इस्लामी देशों के उन्हां दे तीर्थां ते धार्मिक स्थानां दी पूरी यात्रा सतगुरु जी ने की। तो जदों सतगुरु जी ने उदासी पहली शुरू की तो पहला लाहौर सुल्तानपुर तो चल के लाहौर गए। दुनी चंद दे कोल जो कि श्राद्धां दे विच मगन सी आपां सारे साखी जानते हाँ उसके भुलेखे निवृत्त की कि श्राद्धां दे नाल पितरां नूं कुछ प्राप्त हो सकता है या कुछ उत्थे तक भेजिया भी जा सकता है। तो वो सतगुरु जी ने उसनूं ये सिक्ख्या दी कि साडा काम यह है कि जीवंदे जी अपने बजुर्गों की संभाल करिए, चंगे जीवन नूं अपनाइए, धर्म के कारज करिए, चंगा जीवन बिताइए। इस तो बाद सतगुरु जी अपने माता पिता माता सुलखनी जी ते बच्चों का योग प्रबंध करने लई तलवंडी। कुदरती तौर पे माता पिता उपराम हो गए कि बच्चा साडा हुण लंबे सफर ते जा रहा है। ते उदों माता सुलखनी जी ते बच्चों ने बटाले अपने टिके रहना पसंद किया पर सतगुरु जी ने सारियां दा सुचज्जा प्रबंध करके ते कुछ समा कुछ दिन टिक के ते फिर उस तो बाद सतगुरु जी अगे गए। इस दे विच जिहड़े जिहड़े थावां दे उत्ते सतगुरु जी गए उन्हां विच सैदपुर, एमनाबाद, हरिद्वार, नानक मता, अयोध्या, प्रयागराज, बनारस, पटना, फिर उस तो बाद गोरखपुर, ढाका, असम, ते फिर उस तो पिछों दक्षिण वाल नूं मुड़े ते जगन्नाथपुरी ते उत्थों चलदे चलदे रामेश्वरम संगलादीप तक गए ते फिर वापसी दे उत्ते ओंकारेश्वर, सोमनाथ, बीकानेर, पुष्कर, मथुरा, बिंद्राबन इन्हां सारियां थावां तो हुंदे हुए दिल्ली, पानीपत, करनाल ते फिर अखीर ते कुरुक्षेत्र दे विखे आपने आके उपदेश दिते ते फिर उस तो बाद आप वापस तलवंडी पहुंचे। ते जान तो पहला आप बेबे नानकी जी दे कोल सुल्तानपुर, पक्खो के रंधावे, बटाले ते फिर तलवंडी पहुंचे। ये सतगुरु जी ने जिवें अपने परिवार का प्रबंध किया भावें दुनियावी दृष्टि तो देखिए तो वो अपने परिवार नूं छड्ड के चले गए इस काम वास्ते, पर जे सतगुरु जी की दृष्टि तो देखिए तो वो एक छोटे परिवार की योग संभाल करके एक वड्डे परिवार की संभाल करने जो ड्यूटी उन्होंने अकाल पुरख तो लगी सी वो ड्यूटी पूरी करने लई आप जी ने तुरे। पर नाल ही उन्होंने अपनी दुनियावी ड्यूटियां दे भी पूरी समझ ते पूरी पकड़ रखी और सारियां दा योग प्रबंध करके ਅਤੇ ਜਦੋਂ वापस मुड़े उदों भी इन्हां सारियां नूं मिल के फिर माता पिता दे कोल पहुंचे हैं ਜਿਹੜੇ सतगुरु जी के जीवन नूं जिवें कि सानूं दस दिता जाता है कि वो त्यागी सन, उदासी सन, सब कुछ छड़ छड़ा के तुर गए नहीं, वो केवल अपनी एक ड्यूटी करन गए सन पर अपने गृहस्थ दियां एक पुत्र दियां भरा दियां पिता दियां पति दियां जो भी ड्यूटियां होंदियां हन
ਉਹਨਾਂ ਸਾਰਿਆਂ ਦੇ ਪ੍ਰਤੀ ਪੂਰੀ ਤਰ੍ਹਾਂ ਉਹ ਸੁਚੇਤ ਸਨ ਤੇ ਇਹਨਾਂ ਨੂੰ ਜਿਸ ਵੱਧ ਤੋਂ ਵੱਧ ਚੰਗੇ ਢੰਗ ਦੇ ਨਾਲ ਉਹ ਪੂਰੇ ਕਰ ਸਕਦੇ ਸਨ ਉਹਦੇ ਲਈ ਉਹ ਯਤਨਸ਼ੀਲ ਰਹਿੰਦੇ ਸਨ। ਤਾਂ ਜਦੋਂ ਵਾਪਸ ਆਏ ਤਾਂ ਫਿਰ 1516 ਸਨ ਦੇ ਵਿੱਚ ਆਪ ਜੀ ਨੇ ਕਰਤਾਰਪੁਰ ਵਸਾਇਆ। ਪਰ ਕਰਤਾਰਪੁਰ ਦੇ ਵਿੱਚ ਉਹਨਾਂ ਨੇ ਧਰਮਸਾਲ ਬਣਾਈ, ਰਿਹਾਇਸ਼ ਦਾ ਗੁਰਸਿੱਖਾਂ ਨੂੰ ਉੱਥੇ ਬੁਲਾਇਆ, ਉੱਥੇ ਵਸਾਇਆ, ਮਾਤਾ ਪਿਤਾ ਨੂੰ ਉੱਥੇ ਲੈ ਆਂਦਾ ਤੇ ਉਹਨਾਂ ਦੀ ਸੰਭਾਲ ਦਾ, ਸੇਵਾ ਦਾ ਯੋਗ ਪ੍ਰਬੰਧ ਕੀਤਾ। ਤੇ ਤਕਰੀਬਨ ਪੌਣੇ 2 ਸਾਲ ਦਾ ਸਮਾਂ ਸਤਿਗੁਰੂ ਜੀ ਨੇ ਕਰਤਾਰਪੁਰ ਨੂੰ ਵਸਾਉਣ ਲਈ ਪਹਿਲੀ ਉਦਾਸੀ ਤੋਂ ਬਾਅਦ ਲਗਾਇਆ। तो ਜਦੋਂ ਆਪ ਜੀ ਨੇ ਸਾਰੇ ਯੋਗ ਪ੍ਰਬੰਧ ਕਰ ਲਏ ਤਾਂ ਫਿਰ ਆਪ ਜੀ ਨੇ ਦੂਜੀ ਉਦਾਸੀ 1517 ਤੇ 18 ਵਾਲੀ ਤਕਰੀਬਨ 1.5 ਸਾਲ ਦੇ ਕਰੀਬ ਦਾ ਜਾਂ 1 ਸਾਲ ਦੇ ਕਰੀਬ ਦਾ ਸਮਾਂ ਜਿਹੜਾ ਸੀ ਉਹ ਆਪ ਜੀ ਉੱਥੋਂ ਤੁਰੇ ਤੇ ਪਸਰੂਰ, ਸਿਆਲਕੋਟ ਤੇ ਸੁਮੇਰ ਪਰਬਤ ਆਦਿਕ ਥਾਵਾਂ ਦੇ ਉੱਤੇ ਉਹ ਪਹੁੰਚੇ। ਪਹਾੜੀ ਰਸਤਿਆਂ ਦੇ ਉੱਤੋਂ ਚੱਲਦੇ ਹੋਏ ਸੁਮੇਰ ਪਰਬਤ, ਤਿੱਬਤ ਤੇ ਇਹਨਾਂ ਸਾਰਿਆਂ ਜਿਨ੍ਹਾਂ ਦਾ ਪਹਿਲਾਂ ਆਪਾਂ ਜ਼ਿਕਰ ਕਰ ਚੁੱਕੇ ਹਾਂ ਉੱਥੇ ਗਏ, ਜਿੱਥੇ ਕਿ ਧਾਰਮਿਕ ਵਿਅਕਤੀ ਜਿਹੜੇ ਸਿੱਧ ਲੋਕ ਸਨ ਉਹ ਸਾਰੇ ਉੱਥੇ ਗੁਫਾਵਾਂ ਦੇ ਵਿੱਚ ਰਹਿੰਦੇ ਸਨ। ਸੁਮੇਰ ਪਰਬਤ ਆਮ ਤੌਰ ਤੇ ਕੈਲਾਸ਼ ਪਰਬਤ ਜਾਂ ਉਸਦੇ ਆਲੇ ਦੁਆਲੇ ਦੇ ਪਰਬਤਾਂ ਦੇ ਬਾਰੇ ਵਰਤਿਆ ਜਾਂਦਾ ਹੈ, ਪਰ ਇਸ ਦੇ ਬਾਰੇ ਇੱਕ ਹੋਰ ਵੀ ਗਾਥਾ ਮਸ਼ਹੂਰ ਹੈ ਕਿ ਨਵੀਂ ਰਿਸਰਚ ਦੇ ਮੁਤਾਬਕ ਇਹ ਗੜਵਾਲ ਦੇ ਇਲਾਕੇ ਦੇ ਵਿੱਚ ਇੱਕ ਸੁਮੇਰ ਪਰਬਤ ਹੈ, ਸ਼ਾਇਦ ਇਹ ਉਹ ਵੀ ਹੋ ਸਕਦਾ ਹੈ। ਪਰੰਤੂ ਸਤਿਗੁਰੂ ਜੀ ਇਸ ਤੋਂ ਕਾਫੀ ਅੱਗੇ ਤੱਕ ਤਿੱਬਤ ਦੇ ਵਿੱਚ ਗਏ ਤੇ ਫਿਰ ਉਸ ਤੋਂ ਸ਼ਿਮਲਾ ਔਰ ਰਵਾਲਸਰ ਇਹ ਸਾਰੇ ਇਲਾਕਿਆਂ ਦੇ ਵਿੱਚ ਵੀ ਆਪ ਜੀ ਨੇ ਫੇਰੀ ਲਗਾਈ। तो तीजी उदासी ਜਦੋਂ ਆਪ ਜੀ ਇਸਲਾਮੀ ਦੇਸ਼ਾਂ ਦੇ ਵੱਲ ਤੁਰੇ ਤਾਂ ਆਪ ਜੀ ਨੇ ਸੁਲਤਾਨਪੁਰ ਤੋਂ ਕਰਤਾਰਪੁਰ ਤੋਂ ਤੁਰ ਕੇ ਤੁਲੰਬਾ, ਮੁਲਤਾਨ ਤੇ ਫਿਰ ਉਸ ਤੋਂ ਹੇਠਾਂ ਦੱਖਣ ਵਾਲੇ ਪਾਸੇ ਵੱਲ ਨੂੰ ਬਹਾਵਲਪੁਰ, ਸ਼ਿਕਾਰਪੁਰ ਤੋਂ ਹੁੰਦੇ ਹੋਏ ਗੁਜਰਾਤ ਦੇ ਵਿੱਚ ਪਹੁੰਚੇ। ਉੱਥੇ ਉਸ ਵਕਤ ਦੀ ਇੱਕ ਵੱਡੀ ਬੰਦਰਗਾਹ ਕੋਟ ਲਖਪਤ ਹੁੰਦੀ ਸੀ ਜਿੱਥੋਂ ਸਮੁੰਦਰੀ ਜਹਾਜ਼ ਚੱਲਿਆ ਕਰਦੇ ਸੀ। ਇਹ ਜਗ੍ਹਾ ਅੱਜ ਵੀ ਹਿੰਦੁਸਤਾਨ ਦੇ ਵਿੱਚ ਹੈ ਪਰ ਪਾਕਿਸਤਾਨ ਦੇ ਬਿਲਕੁਲ ਬਾਰਡਰ ਦੇ ਉੱਤੇ ਹੋਣ ਕਰਕੇ ਹੁਣ ਇਹ ਕਮਰਸ਼ੀਅਲ ਸੈਂਟਰ ਜਾਂ ਚੰਗਾ ਘੁੱਗ ਵਸਦਾ ਸ਼ਹਿਰ ਨਹੀਂ ਬਲਕਿ ਇੱਕ ਛੋਟਾ ਜਿਹਾ ਬਿਲਕੁਲ ਪਿੰਡਾਂ ਵਰਗੀ ਹਾਲਤ ਦੇ ਵਿੱਚ ਹੈ। ਤਾਂ ਉੱਥੋਂ ਆਪ ਜੀ ਨੇ ਜਹਾਜ਼ ਲੈ ਕੇ ਫਿਰ ਉਧਰੋਂ ਅਰਬ ਕੰਟਰੀਜ਼ ਦੇ ਵਿੱਚ ਗਏ, ਮੱਕਾ, ਮਦੀਨਾ, ਬਗਦਾਦ, ਕਾਬਲ। ਉੱਥੋਂ ਬਗਦਾਦ ਤੋਂ ਹੋ ਕੇ ਫਿਰ ਵਾਪਸ ਮੁੜੇ ਤੇ ਫਿਰ ਕਾਬਲ, ਜਲਾਲਾਬਾਦ, ਹਸਨ ਅਬਦਾਲ ਤੇ ਇਹਨਾਂ ਥਾਵਾਂ ਤੋਂ ਹੁੰਦੇ ਹੋਏ ਸੈਦਪੁਰ ਦੇ ਕੋਲ ਵਾਪਸ ਪਹੁੰਚੇ। तो ਇਹ ਸਾਰੀ ਜੋ ਉਦਾਸੀਆਂ ਦਾ ਸਤਿਗੁਰੂ ਜੀ ਦਾ ਜੀਵਨ ਹੈ ਇਹ ਸਾਨੂੰ ਸਾਬਤ ਕਰਦਾ ਹੈ ਕਿ ਸਤਿਗੁਰੂ ਜੀ ਦਾ ਜੀਵਨ ਇੱਕ ਇਨਕਲਾਬੀ ਜੀਵਨ ਸੀ। ਜੇ ਸਤਿਗੁਰੂ ਜੀ ਦੀ ਸਿੱਖਿਆ ਦੇ ਵੱਲ ਵੀ ਅਸੀਂ ਨਜ਼ਰ ਮਾਰੀਏ ਤਾਂ ਸਤਿਗੁਰੂ ਜੀ ਨੇ ਜੋ ਇਨਕਲਾਬ ਜਗਤ ਵਿੱਚ ਲਿਆਂਦਾ ਉਹ ਇੱਕ ਐਸਾ ਇਨਕਲਾਬ ਸੀ ਜਿਹੜਾ ਨਾ ਸਤਿਗੁਰੂ ਜੀ ਤੋਂ ਪਹਿਲਾਂ ਕਿਸੇ ਨੇ ਲਿਆਂਦਾ ਤੇ ਨਾ ਉਹਨਾਂ ਤੋਂ ਬਾਅਦ ਕਿਸੇ ਨੇ। ਜੇ ਸਮਾਜਿਕ ਜੀਵਨ ਨੂੰ ਲਈਏ ਤਾਂ ਉਹ ਵੀ ਸਤਿਗੁਰੂ ਜੀ ਨੇ ਇੱਕ ਚੰਗੇ ਸੁਚੱਜੇ ਜਾਤ ਪਾਤ ਤੇ ਹੋਰ ਜਿਹੜੀ ਵਖਰੇਵੇਂ ਤੇ ਬੇਇਨਸਾਫੀਆਂ ਤੋਂ ਮੁਕਤ ਸਮਾਜ ਸਿਰਜਣ ਦੇ ਵਾਸਤੇ ਸਤਿਗੁਰੂ ਜੀ ਨੇ ਪੂਰੇ ਭਰਪੂਰ ਯਤਨ ਕੀਤੇ। ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ, ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਬਾਬਰ ਨੂੰ ਜਾਬਰ ਤੱਕ ਕਿਹਾ ਤੇ ਅਸੀਂ ਬਾਬਰ ਬਾਣੀ ਦੇ ਸ਼ਬਦ ਵੀ ਜੋ ਹਨ ਉਹ ਪੜ੍ਹਦੇ ਰਹਿੰਦੇ ਹਾਂ। ਤੋ ਇਉਂ ਉਹਨਾਂ ਨੇ ਜ਼ੁਲਮ ਦੇ ਖਿਲਾਫ ਜੋ ਆਵਾਜ਼ ਚੁੱਕੀ। ਜੇ ਆਰਥਿਕ ਤੌਰ ਤੇ ਦੇਖੀਏ ਤਾਂ ਉਹਨਾਂ ਨੇ ਆਰਥਿਕ ਤਰੱਕੀ ਵਾਸਤੇ ਸਮਾਜ ਦੀ ਜਿਹੜੇ ਕਿੱਤੇ ਦੇ ਬੰਧਨ ਜਿਹੜੇ ਜਾਤ ਪਾਤ ਨੇ, ਵਰਨ ਆਸ਼ਰਮ ਨੇ ਬੰਨੇ ਹੋਏ ਸਨ ਉਹਨਾਂ ਨੂੰ ਤੋੜਨ ਦੇ ਯਤਨ ਕੀਤੇ। ਧਾਰਮਿਕ ਤੌਰ ਤੇ ਦੇਖੀਏ ਤਾਂ ਧਾਰਮਿਕ ਬੇੜੀਆਂ ਕੱਟੀਆਂ ਤੇ ਪੁਜਾਰੀਵਾਦ, ਕਰਮਕਾਂਡ, ਕੱਟੜਪੁਣਾ ਇਹ ਜੋ ਧਾਰਮਿਕ ਵੰਡੀਆਂ ਪਾਈਆਂ ਹੋਈਆਂ ਸਨ ਤੇ ਧਾਰਮਿਕ ਨਫ਼ਰਤ ਸੀ ਉਹਨਾਂ ਸਾਰਿਆਂ ਨੂੰ ਖਤਮ ਕਰਨ ਲਈ ਸਤਿਗੁਰੂ ਜੀ ਨੇ ਇੱਕ ਪ੍ਰਭੂ ਦੇ ਨਾਲ ਜੋੜ ਕੇ ਤੇ ਸਰਬੱਤ ਦੇ ਭਲੇ ਦਾ ਸਾਨੂੰ ਸਿਧਾਂਤ ਦਿੱਤਾ। ਤੇ ਜੇ ਰਾਜਸੀ ਪੱਖ ਤੋਂ ਦੇਖੀਏ ਤਾਂ ਫਿਰ ਇਹ ਸਾਨੂੰ ਇਤਿਹਾਸ ਦੇ ਵਿੱਚੋਂ ਇੱਕ ਗੱਲ ਭਲੀ ਭਾਂਤ ਸਪਸ਼ਟ ਹੋ ਜਾਂਦੀ ਹੈ ਕਿ ਜੇ ਅਸੀਂ 10 ਪਾਤਸ਼ਾਹੀਆਂ ਦੇ ਇਤਿਹਾਸ ਨੂੰ ਦੇਖੀਏ ਤਾਂ ਸਤਿਗੁਰੂ ਨਾਨਕ ਦੇਵ ਜੀ ਦਾ ਸਾਹਮਣਾ ਬਾਬਰ ਦੇ ਨਾਲ ਜੋ ਉਸ ਵੇਲੇ ਦੇ ਵੱਡੇ ਬਾਦਸ਼ਾਹਾਂ ਦੇ ਵਿੱਚੋਂ, ਵੱਡੇ ਕਾਉਂਕਰਰਸ ਦੇ ਵਿੱਚੋਂ ਇੱਕ ਸੀ। ਗੁਰੂ ਅੰਗਦ ਪਾਤਸ਼ਾਹ ਦੀ ਮੁਲਾਕਾਤ
ਹੁਮਾਯੂੰ ਨਾਲ ਹੁੰਦੀ ਹੈ ਤਾਂ ਇਸ ਤੋਂ ਸਪਸ਼ਟ ਹੈ ਕਿ ਹੁਮਾਯੂੰ ਜਦੋਂ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਖਾ ਕੇ ਭੱਜਿਆ ਤਾਂ ਉਹਨੂੰ ਅਗਰ ਕਿਸੇ ਥਾਂ ਤੋਂ ਓਟ ਦੀ ਆਸ ਲੱਗੀ ਤਾਂ ਉਹ ਗੁਰੂ ਘਰ ਸੀ ਤੇ ਉਹ ਖਡੂਰ ਸਾਹਿਬ ਪਹੁੰਚਿਆ। ਤੀਜੇ ਪਾਤਸ਼ਾਹ ਦੇ ਸਮੇਂ ਦੇਖੀਏ ਤਾਂ ਅਕਬਰ ਜੋ ਮੁਗਲਿਆ ਖਾਨਦਾਨ ਦੇ ਵਿੱਚੋਂ ਸਭ ਤੋਂ ਪ੍ਰਤਾਪੀ ਰਾਜਾ ਸੀ, ਉਹ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਆਇਆ। ਸਿਰਫ ਦਰਬਾਰ ਦੇ ਵਿੱਚ ਇੱਕ ਵਾਰੀ ਆਇਆ ਤੇ ਉਸ ਤੋਂ ਇਲਾਵਾ ਵੀ ਉਹਨੇ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹਨ ਦੀ ਕੋਸ਼ਿਸ਼, ਸਮਝਣ ਦੀ ਕੋਸ਼ਿਸ਼ ਕੀਤੀ। ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਨੂੰ ਉਹ ਲਾਹੌਰ ਬੁਲਾ ਕੇ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਕਿਉਂਕਿ ਗੁਰੂ ਘਰ ਦੇ ਖਿਲਾਫ ਸਾਜ਼ਿਸ਼ਾਂ ਮੁਗਲ ਦਰਬਾਰ ਤੱਕ ਪਹੁੰਚ ਰਹੀਆਂ ਸਨ ਤੇ ਉਹਨੇ ਆਪਣੀ ਤਸੱਲੀ ਕਰਨ ਦੇ ਵਾਸਤੇ ਉਹਨਾਂ ਨੂੰ ਉੱਥੇ ਬੁਲਾਇਆ ਸੀ। ਤੇ ਜੇ ਚੌਥੇ ਪਾਤਸ਼ਾਹ ਦੀ ਗੱਲ ਦੇਖੀਏ ਤਾਂ ਅਕਬਰ ਦੇ ਨਾਲ ਉਹਨਾਂ ਦੀ ਮੁਲਾਕਾਤ, ਬਹਿਸ ਹੋਈ। ਉਹਨਾਂ ਨੇ ਸਮਝਾਇਆ, ਬਾਣੀ ਪੜ੍ਹ ਕੇ ਉਹਨੂੰ ਸਤਿਗੁਰਾਂ ਦੇ ਜੋ ਅਸੂਲ ਸਨ ਉਹ ਸਮਝਾਏ ਤੇ ਉਹਦੀ ਤਸੱਲੀ ਕਰਵਾਈ। ਪੰਜਵੇਂ ਪਾਤਸ਼ਾਹ ਦੇ ਟਾਈਮ ਦੇ ਉੱਤੇ ਤਾਂ ਇਹ ਜੋ ਰਿਸ਼ਤੇ ਸਨ ਇਹ ਇੱਕ ਅਜੀਬ ਟਰਨ ਲੈ ਗਏ ਤੇ ਅਸੀਂ ਸਾਰਾ ਇਤਿਹਾਸ ਜਾਣਦੇ ਹਾਂ ਕਿ ਪੰਜਵੇਂ ਪਾਤਸ਼ਾਹ ਨੇ ਵੀ ਜੋ ਮੁਗਲਿਆ ਦਰਬਾਰ ਦੇ ਨਾਲ ਉਹਨਾਂ ਦੇ ਸੰਪਰਕ ਲਗਾਤਾਰ ਜਾਰੀ ਰਹੇ ਤੇ ਫਿਰ ਜਹਾਂਗੀਰ ਨੇ ਉਹਨਾਂ ਨੂੰ ਸ਼ਹੀਦ ਕੀਤਾ। ਛੇਵੇਂ ਪਾਤਸ਼ਾਹ ਦਾ ਵੀ ਸਾਹਮਣਾ ਜਹਾਂਗੀਰ ਦੇ ਨਾਲ ਹੋਇਆ ਤੇ ਉਸ ਤੋਂ ਬਾਅਦ ਸੱਤਵੇਂ ਪਾਤਸ਼ਾਹ ਦੇ ਸਮੇਂ ਦੇ ਵਿੱਚ ਵੀ ਜਦੋਂ ਖੁਸਰੋ ਭੱਜਿਆ ਤਾਂ ਉਹਨੇ ਉੱਥੇ ਸ਼ਰਨ ਲਈ, ਦਾਰਾ ਸ਼ਿਕੋ ਭੱਜਿਆ ਤਾਂ ਉਹਨੇ ਉੱਥੇ ਸ਼ਰਨ ਲਈ। ਅੱਠਵੇਂ ਪਾਤਸ਼ਾਹ ਨੂੰ ਹੀ ਆਲਮਗੀਰ ਔਰੰਗਜ਼ੇਬ ਨੇ ਦਿੱਲੀ ਦੇ ਵਿੱਚ ਸੱਦ ਘੱਲਿਆ ਤੇ ਉੱਥੇ ਜਾ ਕੇ ਰਹੇ, ਭਾਵੇਂ ਉਹਨਾਂ ਨੂੰ ਔਰੰਗਜ਼ੇਬ ਨੂੰ ਮੂੰਹ ਨਹੀਂ ਲਾਇਆ ਤੇ ਆਪ ਦਿੱਲੀ ਵਿਖੇ ਹੀ ਜੋਤੀ ਜੋਤ ਸਮਾਏ। ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਾਂ ਔਰੰਗਜ਼ੇਬ ਨੇ ਸ਼ਹੀਦ ਕੀਤਾ ਤੇ ਦਸਮ ਪਾਤਸ਼ਾਹ ਦੇ ਨਾਲ ਜੋ ਉਹਨਾਂ ਦਾ ਆਖਰੀ ਪ੍ਰਤਾਪੀ ਬਾਦਸ਼ਾਹ ਸੀ ਔਰੰਗਜ਼ੇਬ, ਉਹਦੇ ਨਾਲ ਕਈ ਜੰਗਾਂ ਹੋਈਆਂ ਤੇ ਕਈ ਕੁਛ ਹੋਇਆ। ਹੁਣ ਇਹ ਅਗਰ ਦੇਖੀਏ ਤਾਂ ਇਸ ਤੋਂ ਵੱਡਾ ਇੱਕ ਰਾਜਸੀ ਇਨਕਲਾਬ ਕੀ ਹੋ ਸਕਦਾ ਹੈ ਕਿ ਇੱਕ ਧਾਰਮਿਕ ਨੇਤਾ ਜਿਸ ਨੇ ਇੱਕ ਨਵੇਂ ਧਰਮ ਨੂੰ ਸਿਰਜਿਆ ਹੋਵੇ, ਉਸ ਇੱਕ ਐਸੀ ਪਰੰਪਰਾ ਨੂੰ ਜਨਮ ਦਿੱਤਾ ਕਿ ਮੁਗਲ ਬਾਦਸ਼ਾਹ ਲਗਾਤਾਰ ਉਹਨਾਂ ਦੇ ਬਾਰੇ, ਉਹਨਾਂ ਦੇ ਨਾਲ ਸੰਪਰਕ ਸਾਧਦੇ ਰਹੇ। ਸਿਰਫ ਇਹੀ ਨਹੀਂ, 22 ਧਾਰ ਦੇ ਰਾਜਿਆਂ ਦੇ ਵੀ ਸਦਾ ਸੰਪਰਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਪਹਾੜੀ ਰਾਜਿਆਂ ਦਾ ਉੱਥੇ ਆਣਾ ਜਾਣਾ ਰਿਹਾ। ਅਸੀਂ ਰਾਜਾ ਜੈ ਸਿੰਘ ਤੇ ਹੋਰ ਰਾਜਪੂਤਾਨੇ ਦੇ ਰਾਜਿਆਂ ਦਾ ਨਾਮ ਵੀ ਸੁਣਦੇ ਹਾਂ ਤੇ ਅਸਾਮ ਦੇ ਰਾਜੇ ਵੀ ਜਿਹੜੇ ਸਨ ਉਹਨਾਂ ਦਾ ਵੀ ਨਾਮ ਸੁਣਦੇ ਹਾਂ। ਤੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਧੁਬਰੀ ਵਿਖੇ ਰਾਜਾ ਜੈਪੁਰ ਦੇ ਰਾਜੇ ਤੇ ਅਸਾਮ ਦੇ ਰਾਜੇ ਦੇ ਵਿੱਚ ਸੁਲ੍ਹਾ ਕਰਾਈ ਸੀ, ਇਹ ਸਾਰੀਆਂ ਗੱਲਾਂ ਇਹ ਸਾਬਤ ਕਰਦੀਆਂ ਹਨ ਕਿ ਇਹ ਇੱਕ ਐਸਾ ਇਨਕਲਾਬ ਸੀ ਜਿਹੜਾ ਸ਼ੁਰੂ ਤੋਂ ਧਰਮ ਤੋਂ ਹੋਇਆ ਸੀ, ਜਿਹਨੇ ਕੋਈ ਰਾਜ ਸਥਾਪਿਤ ਨਹੀਂ ਸੀ ਕੀਤਾ, ਕਿਸੇ 1 ਇੰਚ ਜ਼ਮੀਨ ਦੇ ਉੱਤੇ ਕਬਜ਼ਾ ਨਹੀਂ ਸੀ ਕੀਤਾ, ਪਰ ਸਾਰੀਆਂ ਰਾਜਸੀ ਸ਼ਕਤੀਆਂ ਇਹ ਸਮਝਦੀਆਂ ਸਨ ਕਿ ਇਹ ਜੋ ਇਨਕਲਾਬ ਪੈਦਾ ਹੋ ਰਿਹਾ ਹੈ ਇਹ ਕੇਵਲ ਇੱਕ ਧਾਰਮਿਕ ਇਨਕਲਾਬ ਨਹੀਂ ਹੈ, ਇਹ ਜ਼ਿੰਦਗੀ ਦੇ ਹਰ ਪੱਖ ਨੂੰ ਟੱਚ ਕਰਦਾ ਹੈ ਤੇ ਇਹ ਰਾਜਸੀ ਤੌਰ ਦੇ ਉੱਤੇ ਵੀ ਅਤ ਮਹੱਤਵਪੂਰਨ ਇਨਕਲਾਬ ਹੈ। ਔਰ ਇਹਨਾਂ ਦੇ ਸਾਰਿਆਂ ਦੇ ਨਾਲ ਸਤਿਗੁਰੂ ਜੀ ਦੇ ਜਿੰਨੇ ਜਾਨਸ਼ੀਨ 10 ਪਾਤਸ਼ਾਹੀਆਂ ਦੇ ਬੜੇ ਨੇੜੇ ਦੇ ਸੰਬੰਧ ਕਈਆਂ ਦੇ ਨਾਲ ਰਹੇ, ਕਈ ਤਾਂ ਸ਼ਰਧਾਲੂ ਵੀ ਰਹੇ ਤੇ ਕਈ ਦੁਸ਼ਮਣ ਵੀ ਰਹੇ। ਔਰ ਇੱਕ ਹੋਰ ਜਿਹੜੀ ਗੱਲ ਅੱਗੋਂ ਜਾ ਕੇ ਸਾਡੇ ਨਜ਼ਰ ਦੇ ਵਿੱਚ ਆਉਂਦੀ ਹੈ ਕਿ ਇਸ ਇਨਕਲਾਬ ਦੇ ਵਿੱਚੋਂ ਜਿਹੜਾ ਪ੍ਰਚਾਰ ਦਾ ਤੰਤਰ ਸਤਿਗੁਰੂ ਜੀ ਨੇ ਜੋ ਬਣਾਇਆ ਪੰਜਵੇਂ ਪਾਤਸ਼ਾਹ ਦੇ ਸਮੇਂ ਤੱਕ, ਜੋ ਮੰਜੀਆਂ ਮਸੰਦ ਤੇ ਇਹਨਾਂ ਜੋ ਪ੍ਰਚਾਰਕਾਂ ਦੇ ਜੋ 22 ਗਿਣਤੀ ਸਾਡੇ ਸਾਹਮਣੇ ਆਉਂਦੀ ਹੈ, ਉਹ ਵੀ ਇੱਕ ਬੜੀ ਇੰਪੋਰਟੈਂਟ ਹੈ ਸਾਡੇ ਵਾਸਤੇ ਸਮਝਣ ਲਈ ਕਿ ਉਸ ਵੇਲੇ ਮੁਗਲਿਆ ਰਾਜ ਦੇ ਵੀ 22 ਸੂਬੇ ਹੁੰਦੇ ਸਨ। ਤਾਂ ਅਸੀਂ ਕਿਤੇ ਇਹ ਨਾ ਸਮਝ ਲਈਏ ਕਿ ਇਹ ਜੋ 22 ਮਸੰਦ ਸਨ ਇਹ ਸਿਰਫ ਧਰਮ ਦੇ ਪ੍ਰਚਾਰਕ ਹੀ ਸਨ। ਜੇ ਅਸੀਂ ਇਹਨੂੰ ਇਸ ਨਜ਼ਰ ਨਾਲ ਦੇਖੀਏ ਕਿ ਇਹ ਸਤਿਗੁਰਾਂ ਦੇ 22 ਸਫੀਰ ਸਨ ਜਿਹੜੇ ਉਹਨਾਂ ਇਲਾਕਿਆਂ ਦੇ ਵਿੱਚ ਰਾਜਦੂਤ ਵਾਂਗ, ਸਫੀਰ ਵਾਂਗ ਕੰਮ ਕਰਦੇ ਸਨ ਅਤੇ ਸੰਗਤਾਂ ਨੂੰ ਵੀ ਆਰਗੇਨਾਈਜ਼ ਕਰਦੇ ਸਨ ਤੇ ਜੋ ਉਸ ਇਲਾਕੇ ਦੀਆਂ ਪਾਵਰਸ ਹੁੰਦੀਆਂ ਸਨ, ਹੁਕਮਰਾਨ ਹੁੰਦੇ ਸਨ, ਉਹਨਾਂ ਨੂੰ ਵੀ ਧਾਰਮਿਕ ਤੌਰ ਦੇ ਉੱਤੇ ਔਰ ਰਾਜਸੀ ਤੌਰ ਦੇ ਉੱਤੇ ਗਾਈਡੈਂਸ ਦੇਣ ਵਾਲੇ, ਉਹਨਾਂ ਨਾਲ ਸੰਬੰਧ ਲਗਾਤਾਰ ਰੱਖਣ ਵਾਲੇ ਇਹ ਵਿਅਕਤੀ ਸਨ। ਤੋ ਇਉਂ ਇਹ ਜੋ ਇਨਕਲਾਬ ਸਤਿਗੁਰੂ ਜੀ ਨੇ ਜਨਮ ਦਿੱਤਾ ਉਹਦੇ ਸਾਨੂੰ ਐਨਾਲਿਸਿਸ ਕਰਨ ਦੇ ਲਈ
ਜੇ ਅਸੀਂ ਇਹ ਦੇਖੀਏ ਤੇ ਅੱਜ ਵੀ ਸਾਡੇ ਕੋਲ ਸਤਿਗੁਰੂ ਜੀ ਦੇ ਆਪਣੇ ਜੀਵਨ ਦੇ ਇਤਿਹਾਸ ਦੇ ਬਾਰੇ ਵੀ ਇੱਕ ਬੜਾ ਛੋਟਾ ਜਿਹਾ ਖਾਕਾ ਮੌਜੂਦ ਹੈ। ਸਤਿਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਸਾਡੇ ਕੋਲ ਘੱਟ ਅਕਾਊਂਟਸ ਹੋਣੇ, ਉਹ ਤਾਂ ਸਾਨੂੰ ਸਮਝ ਆਉਂਦੀ ਹੈ। ਪਰ ਜੇ ਇਤਨੀ ਇੰਪੋਰਟੈਂਟ ਪਰੰਪਰਾ ਸੀ ਕਿ ਕੋਈ ਵੀ ਮੁਗਲ ਰਾਜਾ ਇਸ ਗੱਲ ਤੋਂ ਅਛੂਤਾ ਨਹੀਂ ਰਹਿ ਸਕਿਆ ਕਿ ਕੋਈ ਇਹਨਾਂ ਦਾ ਸ਼ਰਧਾਲੂ ਜਾਂ ਪ੍ਰਸ਼ੰਸਕ ਬਣਿਆ ਤੇ ਕੋਈ ਦੁਸ਼ਮਣ ਬਣਿਆ, ਪਰ ਲਗਾਤਾਰ ਇਹਨਾਂ ਬਾਰੇ ਸੂਚਨਾ ਇਕੱਠੀ ਕਰਦੇ ਰਹੇ। ਸਿਰਫ ਮੁਗਲ ਹੀ ਨਹੀਂ, ਭਾਰਤ ਦੇ ਦੂਰ ਦੁਰਾਡੇ ਦੇ ਜਿਹੜੇ ਰਾਜੇ ਸਨ, ਉਹ ਵੀ ਆਪਣੇ ਜਿਹੜੇ ਏਲਚੀ ਔਰ ਦੂਤਾਂ ਨੂੰ ਭੇਜ ਕੇ, ਜਾਸੂਸਾਂ ਨੂੰ ਭੇਜ ਕੇ ਇੱਥੋਂ ਦੀਆਂ ਖਬਰਾਂ ਰੱਖਦੇ ਰਹੇ, ਕਿਉਂਕਿ ਉਹ ਸਭ ਲੋਕ ਰਾਜਸੀ ਲੋਕ ਹੋਣ ਕਰਕੇ, ਰਾਜਸੀ ਹੁਕਮਰਾਨ ਹੋਣ ਕਰਕੇ ਇਹ ਗੱਲ ਨੂੰ ਸਮਝਦੇ ਸਨ ਕਿ ਇਹ ਜੋ ਇਨਕਲਾਬ ਨੂੰ ਜਨਮ ਸਤਿਗੁਰੂ ਨਾਨਕ ਜੀ ਨੇ ਦਿੱਤਾ ਹੈ, ਇਹ ਇੱਕ ਮਲਟੀ ਫੈਸੇਟਡ ਇਨਕਲਾਬ ਸੀ। तो सतगुरु नानक देव जी का जो ਅਸੀਂ ਅਗਰ ਦੇਖੀਏ ਉਦਾਸੀਆਂ ਦੇ ਉੱਤੇ ਵੀ ਥੋੜੀ ਜਿਹੀ ਨਜ਼ਰ ਮਾਰੀਏ ਤਾਂ ਸਤਿਗੁਰੂ ਜੀ ਦੀ ਖਾਸ ਕਰਕੇ ਜਿਵੇਂ ਆਪਾਂ ਪਹਿਲੀ ਉਦਾਸੀ ਦੇ ਵਿੱਚੋਂ ਅਗਰ ਕੁਝ ਤਰੀਕਾ ਹੀ ਲੱਭੀਏ ਤੇ ਸਾਨੂੰ ਸਮਝ ਲੱਗ ਜਾਂਦੀ ਹੈ ਕਿ ਸਤਿਗੁਰੂ ਜੀ ਦਾ ਮਿਸ਼ਨ ਇਸ ਜਗਤ ਦੇ ਵਿੱਚ ਕੀ ਸੀ। ਆਪ ਜੀ ਸਤੰਬਰ 1507 ਦੇ ਵਿੱਚ ਚੱਲੇ ਤੇ 1508 ਦੀ ਜੋ ਵਿਸਾਖੀ ਹੈ ਆਪ ਜੀ ਨੇ ਹਰਿਦੁਆਰ ਦੇ ਵਿੱਚ ਮਨਾਈ, ਜਿੱਥੋਂ ਦੀਆਂ ਦੋ ਘਟਨਾਵਾਂ ਆਪਾਂ ਸਾਰੇ ਜਾਣਦੇ ਹਾਂ। ਇੱਕ ਤਾਂ ਦਰਿਆ ਦੇ ਵਿੱਚ ਖੜੇ ਹੋ ਕੇ ਪਾਣੀ ਦੇਣ ਦੀ, ਪਿਤਰਾਂ ਨੂੰ ਪਾਣੀ ਦੇਣ ਦੀ ਸਾਖੀ ਆਪਾਂ ਸਾਰੇ ਜਾਣਦੇ ਹਾਂ, ਤੇ ਦੂਜੀ ਵੈਸ਼ਨੋ ਸਾਹਿਬ ਦੀ, ਜਿਹਦੇ ਕੋਲੋਂ ਸਤਿਗੁਰੂ ਜੀ ਨੇ ਮਰਦਾਨੇ ਨੂੰ ਅੱਗ ਲੈਣ ਲਈ ਭੇਜਿਆ ਸੀ ਤੇ ਉਹ ਅੱਗ ਦੀ ਚੁਆਤੀ ਫੜ ਕੇ ਤੇ ਸਤਿਗੁਰੂ ਜੀ ਕੋਲ ਪਹੁੰਚ ਗਿਆ ਮਰਦਾਨੇ ਦੇ ਪਿੱਛੇ ਪਿੱਛੇ। ਇਹ ਦੋ ਘਟਨਾਵਾਂ ਉੱਥੇ ਵਿਸਾਖੀ ਦੇ ਸਮੇਂ ਦੇ ਉੱਤੇ ਹਰਿਦੁਆਰ ਦੇ ਵਿੱਚ ਹੋਈਆਂ ਸਨ। ਉਸ ਤੋਂ ਬਾਅਦ 1508 ਦੀ ਦੀਵਾਲੀ ਅਯੁੱਧਿਆ ਦੇ ਵਿੱਚ ਸਤਿਗੁਰੂ ਜੀ ਮੌਜੂਦ ਸੀ। 1509 ਦੀ ਮਾਘੀ ਨੂੰ ਆਪ ਪ੍ਰਯਾਗ ਦੇ ਵਿੱਚ ਸਨ ਤੇ 1509 ਦੀ ਵਿਸਾਖੀ ਦੇ ਵਿੱਚ ਜਿੱਥੇ ਪਿਤਰਾਂ ਦੇ ਪਿੰਡ ਭਰਾਏ ਜਾਂਦੇ ਹਨ। तो जे अंदाजा लगाइए कि 1508 ਦੀ ਵਿਸਾਖੀ ਆਪ ਜੀ ਹਰਿਦੁਆਰ ਦੇ ਵਿੱਚ ਸਨ ਤੇ 1509 ਦੀ ਵਿਸਾਖੀ ਆਪ ਗਇਆ ਦੇ ਵਿੱਚ ਸਨ। ਜੇ ਪੈਦਲ ਸਫ਼ਰ ਦੇ ਹਿਸਾਬ ਨਾਲ ਵੀ ਦੇਖੀਏ ਤਾਂ ਇਹ ਮਹੀਨਾ, 2 ਮਹੀਨੇ, 3 ਮਹੀਨੇ ਦਾ ਸਫ਼ਰ ਬਣਦਾ ਹੈ, ਪਰ ਸਤਿਗੁਰੂ ਜੀ ਨੇ ਪੂਰਾ 1 ਸਾਲ ਇਸ ਰਸਤੇ ਦੇ ਉੱਤੇ ਗੁਜ਼ਾਰਿਆ। ਕਾਰਨ ਸਪਸ਼ਟ ਸੀ ਕਿ ਸਤਿਗੁਰੂ ਜੀ ਕੋਈ ਭ੍ਰਮਣ ਕਰਨ ਨਹੀਂ ਸਨ ਨਿਕਲੇ, ਸੈਰ ਕਰਨ ਨਹੀਂ ਸਨ ਨਿਕਲੇ, ਜਾਂ ਕੋਈ ਸਫ਼ਰ ਦਾ ਕੋਈ ਰਿਕਾਰਡ ਬਣਾਉਣ ਨਹੀਂ ਸਨ ਨਿਕਲੇ। ਉਹ ਕਿਸੇ ਖਾਸ ਮਕਸਦ ਨੂੰ ਲੈ ਕੇ ਨਿਕਲੇ। ਹਰ ਜਗ੍ਹਾ ਦੇ ਉੱਤੇ ਜਿਹੜਾ ਧਾਰਮਿਕ ਤਿਉਹਾਰ ਮਨਾਇਆ ਜਾਂਦਾ ਸੀ, ਜਦੋਂ ਜਨਤਾ ਉੱਥੇ ਇਕੱਠੀ ਹੁੰਦੀ ਸੀ, ਵੱਡੇ ਇਕੱਠ ਹੁੰਦੇ ਸਨ, ਤੇ ਸਤਿਗੁਰੂ ਜੀ ਉਸ ਮੌਕੇ ਦੇ ਉੱਤੇ ਉਹਨਾਂ ਸਥਾਨਾਂ ਦੇ ਉੱਤੇ ਪਹੁੰਚਦੇ ਸਨ। ਅਯੁੱਧਿਆ ਦੀ ਦੀਵਾਲੀ ਦੇ ਉੱਤੇ ਵੱਡਾ ਇਕੱਠ ਹੁੰਦਾ ਸੀ। ਮਾਘੀ ਦੇ ਉੱਤੇ ਪ੍ਰਯਾਗ ਦਾ ਇਸ਼ਨਾਨ ਕੀਤਾ ਜਾਂਦਾ ਸੀ। ਫਿਰ ਉਸ ਤੋਂ ਬਾਅਦ ਸ਼ਿਵਰਾਤਰੀ ਆਪ ਜੀ ਨੇ ਮਨਾਈ ਅੱਗੋਂ ਜਾ ਕੇ ਬਨਾਰਸ ਦੇ ਵਿੱਚ, ਤੇ ਵਿਸਾਖੀ ਗਿਆ ਦੇ ਵਿੱਚ। ਤੋ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਇੱਕ ਖਾਸ ਮਿਸ਼ਨ ਨੂੰ ਨਾਲ ਲੈ ਕੇ ਚੱਲੇ ਸਨ ਔਰ ਬੜੇ ਸਮਾਂ, ਕਈ ਦਿਨ ਇੱਕ ਜਗ੍ਹਾ ਦੇ ਉੱਤੇ ਬਿਤਾ ਕੇ ਜਿਹੜਾ ਇੰਟਰਫੇਥ ਡਾਇਲਾਗ ਸੀ ਉਹ ਕਰਦੇ ਸਨ। ਜਿਹੜੇ ਭੁੱਲੇ ਭਟਕੇ ਇਸ ਦੇਸ਼ ਦੇ ਲੋਕ ਸਨ, ਉਹਨਾਂ ਨੂੰ ਸਿੱਖਿਆ ਦੇ ਕੇ ਸਿੱਧੇ ਰਾਹ ਪਾਉਣ ਦਾ ਯਤਨ ਕਰਦੇ ਸਨ। ਤੇ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਨੇ ਬਾਕੀ ਉਦਾਸੀਆਂ ਦੇ ਵਿੱਚ ਵੀ ਆਪਣੀ ਇਹੀ ਪਾਲਿਸੀ ਰੱਖੀ। ਚਾਹੇ ਇਸਲਾਮੀ ਦੇਸ਼ਾਂ ਦੇ ਵਿੱਚ ਅਸੀਂ ਦੇਖੀਏ ਤਾਂ ਆਪ ਭਾਵੇਂ ਸਿੱਧਾ ਮੱਕੇ ਵੱਲ ਚਲੇ ਗਏ ਜਹਾਜ਼ ਤੇ ਚੜ੍ਹ ਕੇ ਸਾਊਦੀ ਅਰਬ ਦੇ ਥਰੂ, ਪਰ ਆਪ ਜੀ ਪੂਰੇ ਇਸਲਾਮੀ ਇਲਾਕੇ ਦਾ ਭ੍ਰਮਣ ਕਰਕੇ ਹਰ ਥਾਂ ਦੇ ਉੱਤੇ ਜਾ ਕੇ ਆਪਣੇ ਉਪਦੇਸ਼ ਨੂੰ, ਬਹਿਸਾਂ ਨੂੰ, ਜੋ ਇੰਟਰ ਰਿਲੀਜੀਅਸ ਡਾਇਲਾਗ ਹੈ, ਉਹ ਬੜੇ ਤਸੱਲੀ ਦੇ ਨਾਲ ਸਮਾਂ ਦੇ ਕੇ ਆਪ ਜੀ ਨੇ ਕੀਤਾ। ਤੇ ਫਿਰ ਵਾਪਸ ਵਾਇਆ ਅਫਗਾਨਿਸਤਾਨ, ਕਾਬਲ, ਕੰਧਾਰ, ਉੱਥੋਂ ਹੁੰਦੇ ਹੋਏ ਵਾਪਸ ਆਏ। ਤੋ ਇਹ ਸਤਿਗੁਰੂ ਜੀ ਦਾ ਮਿਸ਼ਨ ਸੀ ਜਗਤ ਦੇ ਵਿੱਚ, ਚਾਹੇ ਕੋਈ ਕਿਸੇ ਧਰਮ ਦਾ ਵਿਅਕਤੀ ਹੈ, ਕਿਸੇ ਦੇਸ਼ ਦਾ ਵਿਅਕਤੀ ਹੈ, ਉਸ ਨੂੰ ਅਕਾਲ ਪੁਰਖ ਦੇ ਨਾਲ ਜੋੜਨਾ, ਵਾਹਿਗੁਰੂ ਦੇ ਨਾਲ ਜੋੜਨਾ, ਤੇ ਕਿਸੇ ਵੀ ਧਰਮ ਦੇ ਉਹ ਪਰੰਪਰਾਵਾਂ, ਕਰਮ ਕਾਂਡ ਜਾਂ ਵਹਿਮ ਭਰਮਾਂ ਦੇ ਵਿੱਚ ਡੁੱਬਾ ਹੋਇਆ ਹੈ, ਉਹਦੇ ਵਿੱਚੋਂ ਕੱਢਣਾ ਤੇ ਉਹਨੂੰ ਕਹਿਣਾ ਕਿ ਭਾਈ ਤੂੰ ਜਿਹੜੇ ਧਰਮ ਦੇ ਵਿੱਚ ਹੈ ਕਿ ਉਸੇ ਧਰਮ ਦੇ ਵਿੱਚ ਰਹਿ,
पर धर्म का जो एलीमेंट है, जो तत्त है, ਉਹਨੂੰ फॉलो कर ਤੇ ਉਸ अकाल पुरख ਦੇ ਨਾਲ ਜੁੜ। तो सतगुरु जी ਜਦੋਂ करतारपुर ਦੇ ਵਿੱਚ ਆਖਰੀ ਉਦਾਸੀ ਤੋਂ ਬਾਅਦ 18 ਸਾਲ ਰਹੇ ਤਾਂ ਆਪ ਜੀ ਨੇ ਆਪਣੀਆਂ ਜੋ ਸਿੱਖਿਆਵਾਂ ਸਨ ਉਹਨਾਂ ਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਸਾਨੂੰ ਕਰਕੇ ਦਿਖਾਇਆ। ਆਪ ਜੀ ਨੇ ਖੇਤੀ ਕੀਤੀ, ਸਾਨੂੰ ਪ੍ਰੈਕਟੀਕਲ ਡੈਮੋਨਸਟ੍ਰੇਸ਼ਨ ਦਿੱਤੀ ਕਿ ਕਿਸ ਤਰ੍ਹਾਂ ਕਿਰਤ ਕਰਨਾ ਹੈ, ਕਿਸ ਤਰ੍ਹਾਂ ਵੰਡ ਛਕਣਾ ਹੈ, ਤੇ ਇੱਕ ਕਿਰਤੀ ਗ੍ਰਸਤੀ ਸਿੱਖ ਹੁੰਦੇ ਹੋਏ ਕਿਸ ਤਰ੍ਹਾਂ ਨਾਲ ਉਸ ਅਕਾਲ ਪੁਰਖ ਦੇ ਨਾਲ ਨਾਮ ਜਪਣਾ ਹੈ, ਅਕਾਲ ਪੁਰਖ ਦੇ ਨਾਲ ਜੁੜਨਾ ਹੈ, ਸਤਸੰਗ ਕਰਨਾ ਹੈ। तो ये 18 साल सतगुरु जी ने सानू एक प्रैक्टिकल सिक्ख्या दी। इसे समय के दौरान ही भाई लहणा जी उत्थे पहुंचे ते तकरीबन 7 साल आप जी ने श्री गुरु नानक देव जी की सेवा दे विच बिताए। अते अपना आखिरी 1539 दे विच जदों सतगुरु जी अपना ज्योति जोत समाउण दा समां जान के भाई लहणा जी ਨੂੰ गुरु अंगद देव जी के रूप ਦੇ ਵਿੱਚ गुरगद्दी बख्श के ਇਹ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਰੱਖ ਕੇ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ। ਜਿਵੇਂ ਕਿ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਇਤਨੇ ਥੋੜੇ ਸਮੇਂ ਦੇ ਵਿੱਚ ਔਰ ਇਤਨੀ ਥੋੜੀ ਸਮਝ ਵਾਲੇ ਵਿਅਕਤੀ ਦੇ ਵਾਸਤੇ ਸਤਿਗੁਰੂ ਜੀ ਦੇ ਜੀਵਨ ਉੱਤੇ ਪੰਛੀ ਝਾਤ ਮਾਰਨੀ ਵੀ ਇੱਕ ਅਸੰਭਵ ਜਿਹਾ ਕੰਮ ਹੈ। ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜੀ, ਆਪ ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।